ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ? ਬਹੁਤ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ, ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ, ਜ਼ਿੰਦਗੀ ਪੂਰੀ ਠੀਕ ਵਧੀਆ, ਚੜ੍ਹਦੀ ਕਲਾ। ਪਰ ਨਹੀਂ, ਅੱਜ ਕੱਲ ਜ਼ਿੰਦਗੀ ਥੋੜੀ ਜਿਹੀ ਸੁਸਤ ਹੋਈ ਹੈ ਠੰਡ ਦਾ ਕਰਕੇ। ਉਹ ਚਲੋ ਮਾੜਾ ਮੋਟਾ ਜ਼ਿੰਦਗੀ ਦੇ ਵਿੱਚ ਕਾਂਬਾ ਵੀ ਚੜਦਾ, ਪਰ ਹੁਣ ਇਉਂ ਥੋੜੀ ਵੀ ਕਹਿ ਦਈਏ ਵੀ ਨਾ ਢਹਿੰਦੀ ਕਲਾ ਚ ਜੀ ਫੇਰ ਕੀ ਆ, ਮੁਸ਼ਕਲ ਹਾਲਾਤ ਨਾਲ ਮੱਥਾ ਲਾਉਂਦੇ ਹੀ ਰਹੇ ਜੋ ਜੰਮੇ ਆ। ਕਿਆ ਬਾਤ ਹੈ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਹਾਂ, ਹੈ ਨਾ। ਤੇ ਆਪਾਂ ਤਾਂ ਫੇਰ ਵੀ ਕੋਟੀ ਕਾਟੀ ਪਾ ਲੈਨੇ ਆ, ਜੈਕਟ ਬੂਟ ਜਰਾਬਾਂ ਪਾ ਲੈਨੇ ਆ। ਜਿਨ੍ਹਾਂ ਦੇ ਕੋਲੇ ਹੈ ਨਹੀਂ, ਹਾਂ, ਉਹ ਵੀ ਤਾਂ ਪਾਲੇ ਦੇ ਵਿੱਚ ਰਹਿੰਦੇ ਹੀ ਆ। ਬਿਲਕੁਲ ਸਹੀ। ਜਿਹੜੇ ਫੁੱਟਪਾਥਾਂ ਤੇ ਸੌਂਦੇ ਆ, ਜਿਹੜੇ ਪੁਲਾਂ ਦੇ ਥੱਲੇ ਸੌਂਦੇ ਆ, ਜਿਹੜੇ ਝੌਂਪੜੀਆਂ 'ਚ ਭੈਣਾਂ ਵੀਰ ਰਹਿੰਦੇ ਆ, ਉਹਨਾਂ ਨੂੰ ਵੇਖ ਕੇ ਦਿਨ ਕੱਟ ਲਈਦੇ ਆ। ਜੀ, ਵੈਸੇ ਵੀ ਸਿਆਣੇ ਕਹਿੰਦੇ ਨੇ ਨਾ ਵੀ ਠੰਡ ਜਿੰਨੀ ਮਹਿਸੂਸ ਕਰੋ ਉਨੀ ਜ਼ਿਆਦਾ ਲੱਗਦੀ ਹੈ। ਸਿਆਣੇ ਤਾਂ ਕਹਿੰਦੇ ਵੀ ਠੰਡ ਤੇ ਬੇਇੱਜ਼ਤੀ ਜਿੰਨੀ ਮਹਿਸੂਸ ਕਰੋ। ਮੈਂ ਚਲੋ ਦੂਜੀ ਗੱਲ ਦੱਬ ਗਈ ਸੀ। ਹਾਂ, ਗੱਲ ਪੂਰੀ ਕਰਦਿਆ ਕਰੋ, ਸਾਰਿਆਂ ਨੂੰ ਪਤਾ। ਸੋ ਖੈਰ ਕੋਈ ਗੱਲ ਨਹੀਂ। ਤੇ ਬਾਕੀ ਮੌਸਮ ਦੀ ਹਾਲ ਬਿਆਨ ਨਹੀਂ ਕਰਦੇ ਇੱਕ ਵਾਰ ਵਿਸਥਾਰ? ਹਾਲ ਬਿਆਨੀ ਇਹ ਆ ਵੀ ਜਦੋਂ ਅੱਜ ਮੋਟਰਸਾਈਕਲ ਤੇ ਆਏ ਆ ਤੜਕੇ ਤੜਕੇ ਤੇ ਪਾਲਾ ਚੜਦਾ ਸੀ, ਹੱਥ ਠਰਦੇ ਸੀ। ਮੌਸਮ ਵਿਭਾਗ ਕਹਿੰਦਾ ਵੀ ਭਾਈ ਕੱਲ ਤੋਂ ਬਾਅਦ ਯਾਨੀ ਕਿ 15 ਤੋਂ ਬਾਅਦ ਪਾਲਾ, ਧੁੰਦ, ਕੋਰਾ, ਤਰੇਲ ਲਗਾਤਾਰ ਵਧੀ ਹੀ ਜਾਣੀ ਆ। ਕਿਆ ਬਾਤ। ਤੇ ਹੁਣ ਦਿਨ ਦੇ ਵੇਲੇ ਧੁੱਪ ਘੱਟ ਨਿਕਲਿਆ ਕਰਨੀ ਆ, ਬਸ ਝੌਲਾ ਜਿਹਾ ਹੀ ਪਿਆ ਕਰਨਾ ਧੁੱਪ ਦਾ। ਕਹਿੰਦੇ ਉਹ ਦਿਨਾਂ ਦੇ ਵਿੱਚ ਜਿਵੇਂ ਨੇਤਾਂ ਦੇ ਵਿੱਚੋਂ ਇਮਾਨਦਾਰੀ ਨਹੀਂ ਲੱਭਦੀ, ਉਵੇਂ ਬਸ ਸੂਰਜ ਨਹੀਂ ਲੱਭਿਆ ਕਰਨਾ। ਗੱਲ ਸਹੀ ਹੈ। ਹੁਣ ਤਰਸਾਂਗੇ ਅਸੀਂ ਇਸ ਸੂਰਜ ਨੂੰ ਵੇਖਣ ਦੇ ਲਈ, ਹੁਣ ਬਹੁਤ ਜ਼ਿਆਦਾ ਉਡੀਕ ਕਰਨੀ ਪਊਗੀ। ਜਿਵੇਂ ਵੱਖ-ਵੱਖ ਥਾਵਾਂ ਤੇ ਬੋਰਡਾਂ ਦੇ ਉੱਤੇ ਛੁਰਲੀਆਂ ਛੱਡੀਆਂ, ਉਵੇਂ ਕਦੇ ਕਦੇ ਸੂਰਜੀ ਕਿਰਨਾਂ ਛੱਡਿਆ ਕਰਨੀਆਂ ਤਾਂ। ਆਏ ਹਾਏ ਹਾਏ ਹਾਏ, ਆ ਜਿਹੜਾ ਤੁਸੀਂ ਘੁੰਮ ਕੇ ਸਿਆਸਤ ਵੱਲ ਨੂੰ ਆ ਰਹੇ ਹੋ ਨਾ, ਘੁੰਮ ਕੇ ਤੁਲਨਾ ਕਰ ਰਹੇ ਹੋ, ਕਮਾਲ ਹੈ। ਤੇ ਘੁੰਮ ਕੇ ਇਹਨਾਂ ਨੇ ਪ੍ਰਚਾਰ ਕਰੀ ਜਾਣਾ, ਘੁੰਮ ਕੇ ਬੇਵਕੂਫ ਬਣਾਈ ਜਾਣਾ। ਗੱਲ ਸਹੀ ਹੈ। ਚਲੋ ਕੋਈ ਨਹੀਂ, ਆਪਾਂ ਪਹਿਲਾਂ ਚੱਜ ਦਾ ਵਿਚਾਰ ਜਿਹੜਾ ਉਹ ਸਾਂਝਾ ਕਰ ਲਈਏ ਤੇ ਬਾਅਦ ਵਿੱਚ ਇਹਨਾਂ ਵੱਲ ਨੂੰ ਆਉਣਾ। ਪਹਿਲ ਤੁਹਾਡੀ ਅੱਜ ਤੁਸੀਂ ਪਹਿਲ, ਮੈਂ ਨਹੀਂ। ਨਹੀਂ ਟਾਣਾ ਸਾਹਿਬ, ਹਮੇਸ਼ਾ ਤੁਸੀਂ ਪਹਿਲਾਂ ਸਾਂਝਾ ਕਰਦੇ ਆ। ਚਲੋ ਜੀ, ਮੈਂ ਮੰਨ ਗਿਆ ਜੀ, ਆਉਣ ਦਿਓ। ਸ਼ਾਨਦਾਰ ਰਿਸ਼ਤੇ ਚਾਹੀਦੇ ਨੇ ਤਾਂ ਗਹਿਰਾਈ 'ਚ ਜਾਓ। ਅੱਛਾ ਜੀ। ਸ਼ਾਨਦਾਰ ਰਿਸ਼ਤੇ ਚਾਹੀਦੇ ਨੇ ਤਾਂ ਗਹਿਰਾਈ 'ਚ ਜਾਓ। ਲਾਜਵਾਬ ਮੋਤੀ ਕਦੇ ਕਿਨਾਰਿਆਂ ਤੇ ਨਹੀਂ ਮਿਲਦੇ। ਕਿਆ ਬਾਤ ਹੈ। ਹਾਂ, ਕਮਾਲ ਕਰ ਦਿੱਤੀ। ਜੇ ਕਿਸੇ ਦੇ ਨਾਲ ਰਿਸ਼ਤਾ ਰੱਖਿਆ, ਕਿਸੇ ਨਾਲ ਰਿਸ਼ਤਾ ਗੰਢਿਆ, ਕਿਸੇ ਨਾਲ ਰਿਸ਼ਤਾ ਨਿਭਾਉਣ ਦੀ ਇੱਛਾ ਹੈ ਤਾਂ ਫਿਰ ਥੋੜਾ ਜਿਹਾ ਡੂੰਘਾਈ 'ਚ ਜਾਣਾ ਪੈਂਦਾ। ਇਹ ਨਹੀਂ ਵੀ ਪੇਤਲੀਆਂ ਜੀਆਂ ਗੱਲਾਂ ਕਰੀ ਜਾ ਕੇ ਵੀ ਕੋਈ ਨਹੀਂ ਜੀ, ਵੇਖ ਲਾਂਗੇ, ਆ ਜਾਾਂਗੇ, ਨਾਲ ਹੀ ਆ, ਬੇਫਿਕਰ ਰਹੋ, ਜਿਵੇਂ ਹੋਇਆ ਕਰ ਲਾਂਗੇ। ਐ ਨਹੀਂ, ਪਰ ਨਾਲ ਖੜੋ ਧਿਰ ਬਣ ਕੇ। ਬਿਲਕੁਲ ਸਹੀ, ਭਾਈ ਤੇਰੇ ਨਾਲ ਆ ਔਖੇ ਸੌਖੇ ਵੇਲੇ ਜੀ, ਤੇ ਫਿਰ ਇਹ ਮੋਤੀ ਵਰਗਾ ਰਿਸ਼ਤਾ ਬਣਦਾ। ਕਮਾਲ ਕਰ ਦਿੱਤੀ ਟਾਣਾ ਸਾਹਿਬ, ਤੁਹਾਡਾ ਚਾਹੀਦਾ ਵਿਚਾਰ ਸਭ ਕੁਝ ਹੀ ਕਹਿ ਗਿਆ। ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਮੋਤੀ ਬਹੁਤ ਔਖੇ ਲੱਭਦੇ ਨੇ। ਅੱਜ ਦੇ ਸਮੇਂ ਦੇ ਵਿੱਚ ਤਾਂ ਕਈ ਵਾਰ ਕਹਿਣਾ ਨਹੀਂ ਚਾਹੀਦਾ, ਪਰ ਇਹ ਸੱਚ ਹੈ ਕਿ ਖੂਨ ਦੇ ਰਿਸ਼ਤੇ ਵੀ ਤੁਹਾਡੇ ਤੋਂ ਮੂੰਹ ਮੋੜ ਜਾਂਦੇ ਨੇ। ਖੂਨ ਦੇ ਰਿਸ਼ਤੇ ਵੀ ਆਪਾਂ ਕਹਿੰਦੇ ਆ ਨਾ, ਖੂਨ ਸਫੈਦ ਹੋ ਗਿਆ, ਪਰ ਜਿਹੜੇ ਕੋਈ ਇਹੋ ਜਿਹੇ ਮੋਤੀ ਹੈਗੇ ਨੇ ਜਿਹੜੇ ਔਖੇ ਸੌਖੇ ਵੇਲੇ 'ਚ ਤੁਹਾਡੇ ਨਾਲ ਖੜਦੇ ਨੇ, ਉਹਨਾਂ ਦੀ ਕਦਰ ਜ਼ਰੂਰ ਕਰਨੀ ਚਾਹੀਦੀ। ਸੋ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ, ਮੈਂ ਸਫਲ ਜ਼ਿੰਦਗੀ ਦੇ 3 ਰਾਜ਼ ਦੱਸਣੇ। ਅੱਛਾ, ਸਫਲ ਜ਼ਿੰਦਗੀ 3 ਨੁਕਤੇ ਜੀ, 3 ਰਾਜ਼, 3 ਭੇਦ ਵਾਲੀਆਂ ਗੱਲਾਂ। ਭੇਦ ਪੂਰਵਕ ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ। ਹਾਂ, ਬਸ ਮਤਲਬ ਭੇਦ ਵਾਲੀਆਂ ਗੱਲਾਂ ਸੀ ਉਹ ਦੱਸਣੀਆਂ ਨੇ। ਕਹਿੰਦੇ ਕਿ ਸਫਲ ਜ਼ਿੰਦਗੀ ਦੇ 3 ਰਾਜ਼ ਨੇ: ਖੁਦ ਨਾਲ ਵਾਦਾ, ਮਿਹਨਤ ਜ਼ਿਆਦਾ ਤੇ ਮਜ਼ਬੂਤ ਇਰਾਦਾ। ਹਾਂ, ਬਹੁਤ ਖੂਬ। ਖੁਦ ਨਾਲ ਵਾਦਾ, ਮਜ਼ਬੂਤ ਇਰਾਦਾ ਤੇ ਮਿਹਨਤ ਬੜੀ ਜ਼ਿਆਦਾ। ਬਿਲਕੁਲ ਸਹੀ। ਇਹ 3 ਇੱਕ ਸਫਲ ਜ਼ਿੰਦਗੀ ਦੇ ਰਾਜ਼ ਨੇ। ਬਹੁਤ ਚੰਗੀ ਗੱਲ ਹੈ ਭਾਈ, ਮਿਹਨਤ ਕਰਿਆ ਕਰੋ, ਸਫਲਤਾ ਦੀਆਂ ਪੌੜੀਆਂ ਚੜ੍ਹਦੇ ਰਹੋ। ਤੇ ਜੇਕਰ ਸਫਲਤਾ ਦੀਆਂ ਪੌੜੀਆਂ ਨਹੀਂ ਚੜ੍ਹਦੇ ਤਾਂ ਫਿਰ ਇਹ ਸਾਡੀ ਆਪਣੀ ਗਲਤੀ ਹੈ ਜੀ। ਇਹਦੇ ਲਈ ਆਪਣੇ ਆਪ ਦੇ ਨਾਲ ਵਾਅਦਾ ਕਰਨਾ ਬਹੁਤ ਜ਼ਰੂਰੀ ਹੈ ਕਿ ਮੈਂ ਕੁਝ ਹਾਸਲ ਕਰਨਾ ਹੈ ਜ਼ਿੰਦਗੀ। ਖੁਦ ਨੂੰ ਕਹੋ ਜੋ ਵਾਅਦਾ ਕੀਤਾ ਉਹ ਨਿਭਾਣਾ ਪੜੇਗਾ। ਕੀ ਬਾਤ ਹੈ, ਕਮਾਲ ਕਰਤੀ। ਹਿੰਦੀ ਗਾਣਿਆਂ ਦੇ ਵਿੱਚ ਤਾਂ ਹੈ ਹੀ। ਹਾਂਜੀ, ਪਰ ਆਪਣੇ ਆਪ ਨੂੰ ਕਹੋ ਇਹ ਗੱਲ। ਬਿਲਕੁਲ, ਆਪਣੇ ਆਪ ਨਾਲ ਜਦੋਂ ਤੁਸੀਂ ਵਾਅਦਾ ਕਰ ਲੈਂਦੇ ਹੋ ਵੀ ਨਹੀਂ, ਮੈਂ ਜ਼ਿੰਦਗੀ 'ਚ ਕੁਝ ਹਾਸਲ ਕਰਨਾ ਹੈ, ਮੈਂ ਮਿਹਨਤ ਕਰਨੀ ਹੈ, ਮੈਂ ਕਿਸੇ ਨਾ ਕਿਸੇ ਮੁਕਾਮ ਦੇ ਉੱਪਰ ਜ਼ਰੂਰ ਪਹੁੰਚਣਾ ਹੈ, ਤੇ ਫਿਰ ਉਸ ਤੋਂ ਬਾਅਦ ਵਿੱਚ ਵਾਅਦੇ ਤੋਂ ਬਾਅਦ ਆਉਂਦੀ ਹੈ ਮਿਹਨਤ ਤੇ ਇੱਕ ਮਜ਼ਬੂਤ ਇਰਾਦਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਲੋਕਾਂ ਨੇ ਕਿਤੇ ਚੁਟਕਲੇ ਬਣਾਏ ਆ, ਚੁਟਕਲੇ ਬਣਾਏ ਵੀ ਪੁੱਛੋ ਕੁਛ ਨਾ। ਹਰ ਗੱਲ ਦੇ ਉੱਤੇ ਇੰਨੀ ਕਲਾਤਮਕਤਾ ਸਾਡੇ ਲੋਕਾਂ ਦੇ ਵਿੱਚ, ਇੰਨੀ ਕ੍ਰੀਏਟੀਵਿਟੀ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ, ਵੀ ਪੁੱਛੋ ਕੁਛ ਨਾ। ਇੱਕ ਨਾ ਮੁੰਡਾ ਕੁੜੀ ਦੇ ਵੱਲ ਪਰਚੀ ਸੁੱਟਦਾ, ਕਿਸੇ ਨੇ ਵੀਡੀਓ ਬਣਾਈ ਜੀ, ਉੱਤੋਂ ਪਰਚੀ ਸੁੱਟਦਾ ਤੇ ਕੁੜੀ ਉਹਨੂੰ ਚੱਕ ਲੈਂਦੀ ਆ ਤੇ ਲੁਕੋ ਕੇ ਪੜ੍ਹਦੀ ਆ। ਉਹਦੇ ਤੇ ਲਿਖਿਆ ਘਰ ਘਰ ਦੇ ਵਿੱਚ ਚੱਲੀ ਗੱਲ, ਸਾਡੀ ਸਰਕਾਰ ਕਰਦੀ ਮਸਲੇ ਹੱਲ।
ਮਤਲਬ ਇਹ ਹੈ ਵੀ ਹਰ ਥਾਂ ਤੇ ਚੁਟਕਲਾ, ਜੀ ਹਰ ਥਾਂ ਤੇ ਗੱਲ ਵੀ ਮੈਂ ਕੀ ਦੱਸਾਂ ਤੇ ਕੀ ਨਾ। ਕਹਿੰਦੇ ਦੁਨੀਆ ਦੇ ਵਿੱਚ ਇੱਕ ਨਿਆਣਾ ਜੰਮਿਆ ਟਣਾ ਸਾਹਿਬ, ਉਹ ਬੱਚਾ ਆਪਣੇ ਆਪ ਦੇ ਵਿੱਚ ਬਹੁਤ ਕੀ ਅਦਭੁਤ ਦਾ ਕੀ ਕਹਿੰਦੇ ਹੁੰਦੇ ਆ, ਬਹੁਤ ਅਦਭੁਤ ਦਾ, ਬਹੁਤ ਵੱਖਰਾ ਆ। ਉਹ ਜੰਮਦਾ ਹੀ ਬੋਲ ਰਿਹਾ ਸੀ, ਨਰਸਾਂ ਪਰੇਸ਼ਾਨ, ਡਾਕਟਰ ਹੈਰਾਨ, ਬੇਹੋਸ਼ ਹੋ ਗਏ। ਉਹ ਜੰਮਦਾ ਹੀ ਕਹਿੰਦਾ ਘਰ ਘਰ ਚੱਲੀ ਗੱਲ, ਸਰਕਾਰ ਕਰਦੀ ਮਸਲੇ ਹੱਲ। ਹਾਂ, ਕਹਿਣ ਦਾ ਭਾਵ ਇਹ ਹੈ ਵੀ ਸਰਕਾਰ ਮਸਲੇ ਹੱਲ ਕਰੇ ਜੀ, ਤਾਂ ਇਹ ਚੁਟਕਲੇ ਨਾ ਬਣਨ। ਜਦੋਂ ਨੌਜਵਾਨ ਪਾਣੀ ਦੀਆਂ ਟੈਂਕੀਆਂ ਤੇ ਹੋਣ, ਬਿਲਕੁਲ, ਤੇ ਜਦੋਂ ਮਾਨਸੇ ਦੇ ਵਿੱਚ ਲਾਠੀ ਚਾਰਜ ਹੋਵੇ, ਲਾਠੀ ਚਾਰਜ ਕਰਨ ਵਾਲਾ ਸਿਵਲ ਵਰਦੀ ਦੇ ਵਿੱਚ ਪੁਲਿਸ ਅਧਿਕਾਰੀ ਕੁੱਟਦਾ ਦਿਸਦਾ ਹੋਵੇ ਵੀਡੀਓ ਦੇ ਵਿੱਚ, ਤੇ ਫਿਰ ਆਪਾਂ ਕਹਿੰਦੇ ਜੀ ਮੈਜਿਸਟ੍ਰੇਟੀ ਜਾਂਚ ਕਰਵਾਉਨੇ ਆ। ਉਹ ਕਿਹੜਾ ਗੱਲ ਲੁਕੀ ਵੀ ਆ, ਦਿਸ ਰਿਹਾ ਵੀ ਕੌਣ ਕਿਹਦੇ ਡਾਂਗ ਮਾਰ ਰਿਹਾ, ਤੇ ਆਪਾਂ ਹਾਲੇ ਵੀ ਪੜਤਾਲ ਕਰਨੀ ਆ। ਤੇ ਫਿਰ ਤਾਂ ਇਹੀ ਗੱਲ ਕਹੀ ਜਾਂਦੀ ਵੀ ਭਾਈ ਘਰ ਘਰ ਦੇ ਵਿੱਚ ਚੱਲੀ ਗੱਲ, ਇਹ ਕਿੱਥੇ ਕਰਦਾ ਮਸਲੇ ਹੱਲ। ਬਿਲਕੁਲ ਸਹੀ ਹੈ। ਮੈਂ ਤਾਂ ਇਹ ਕਹੂੰਗੀ ਕਿ ਹਾਜ਼ਰੀ ਦੇ ਵਿੱਚ, ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਇਆ ਉਹ ਸਾਰਾ ਕੁਝ, ਔਰ ਵੀਡੀਓ ਸਾਹਮਣੇ ਆ ਗਈਆਂ, ਸਾਫ਼ ਸ਼ਕਲਾਂ ਨਜ਼ਰ ਆ ਰਹੀਆਂ ਨੇ। ਪਤਾ ਨਹੀਂ ਸਾਡੇ ਮੁਲਕ ਦੇ ਵਿੱਚ ਇਹ ਚੀਜ਼ਾਂ ਕਦੋਂ ਖਤਮ ਹੋਣਗੀਆਂ। ਚਾਹੇ ਆਪਾਂ ਜੇ ਥੋੜੀ ਜਿਹੀ ਪਿਛਲਖੋਰੀ ਝਾਤ ਮਾਰੀਏ ਟਣਾ ਸਾਹਿਬ, ਤਾਂ ਜੋ ਕੁਝ ਵੀ ਕਿਸਾਨਾਂ ਨਾਲ ਹੋਇਆ ਸੀ, ਜੋ ਕੁਝ ਵੀ ਆਪਾਂ ਜਾਣਦੇ ਹਾਂ ਕਿ ਪਹਿਲਾਂ ਕਿਸਾਨਾਂ ਤੇ ਜਿਸ ਤਰੀਕੇ ਨਾਲ ਲਾਠੀ ਚਾਰਜ ਹੋਏ, ਇਹ ਹੋਇਆ ਉਹ ਹੋਇਆ, ਉਦੋਂ ਵੀ ਕਹਿੰਦੇ ਸੀ ਜਾਂਚ ਕਰਾਵਾਂਗੇ। ਸਭ ਕੁਝ ਸਾਹਮਣੇ ਨਜ਼ਰ ਆ ਰਿਹਾ ਹੈ, ਕੌਣ ਨੇ ਆਦੇਸ਼ ਦੇਣ ਵਾਲੇ, ਕੌਣ ਕੀ ਕਰ ਰਿਹਾ, ਕੌਣ ਕੀ ਕਹਿ ਰਿਹਾ ਹੈ ਨਾ। ਉੱਥੇ ਵੀ ਕਹਿੰਦੇ ਜਾਂਚ ਕਰਾਂਗੇ। ਹੁਣ ਇੱਥੇ ਵੀ ਸਾਫ਼ ਨਜ਼ਰ ਆ ਰਿਹਾ ਕਿਹਦੇ ਹੱਥ 'ਚ ਡਾਂਗ ਹੈ, ਕੌਣ ਜਾਨ ਬਚਾ ਕੇ ਭੱਜ ਰਹੇ ਨੇ, ਕਿਹਨਾਂ ਨੂੰ ਕੁੱਟਿਆ ਜਾ ਰਿਹਾ, ਕਿਹਨਾਂ ਦੇ ਵੱਲੋਂ, ਤੇ ਤਾਂ ਵੀ ਕਹਿੰਦੇ ਜਾਂਚ ਕਰਾਵਾਂਗੇ। ਕੌਣ ਉਸ ਤਾਕੀ ਦੇ ਵਿੱਚ ਨਹੀਂ ਐਂ ਡਾਂਗਾ ਮਾਰ ਰਹੇ ਆ ਵੀ ਕਿਸੇ ਦਾ ਭਾਵੇਂ ਅੱਖ ਨਿਕਲ ਜੇ, ਭਾਵੇਂ ਕਿਸੇ ਦਾ ਜਬਾੜਾ ਟੁੱਟ ਜੇ, ਭਾਵੇਂ ਕਿਸੇ ਦਾ ਕੰਨ ਦਾ ਨੁਕਸਾਨ ਹੋ ਜੇ, ਭਾਵੇਂ ਕਿਸੇ ਦੇ ਸਿਰ ਦੇ ਵਿੱਚ ਡਾਂਗ ਕਸੂਤੇ ਥਾਂ ਤੇ ਵੱਜੇ, ਮਤਲਬ ਪਰਵਾਹ ਕੋਈ ਨਹੀਂ। ਇਹਦੀ ਕੀ ਪੜਤਾਲ ਕਰਨੀ ਆ? ਤੁਸੀਂ ਇਹ ਪੜਤਾਲ ਕਰਨੀ ਵੀ ਵੀਡੀਓ ਕਿਤੇ ਐਡਿਟ ਤਾਂ ਨਹੀਂ ਕੀਤੀ, ਕਿਸੇ ਨੇ ਨਹੀਂ ਕੀਤੀ ਜੀ, ਉਹ ਸੱਚੀ ਗੱਲ ਆ। ਉਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ। ਇਹ ਜੇਕਰ ਸਾਡੇ ਅਧਿਕਾਰੀ ਜਿਹੜੇ ਕਿ ਸਾਡੇ ਹੀ ਤਨਖਾਹਾਂ ਦੇ ਉੱਤੇ ਕੰਮ ਕਰਦੇ ਆ, ਜੇਕਰ ਸਾਨੂੰ ਹੀ ਕੁੱਟਣਗੇ ਤਾਂ ਮਨ ਦੇ ਵਿੱਚੋਂ ਹਰਖ ਪੈਦਾ ਹੋਣਾ ਕੁਦਰਤੀ ਆ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਉਹਨਾਂ ਦਾ ਕਸੂਰ ਕੀ ਸੀ? ਲੁੱਟਖੋ ਕਰਨ ਆਏ ਸੀ ਉਹ, ਕਿ ਉਹਨਾਂ ਨੇ ਕਿਸੇ ਦੇ ਨਾਲ ਬਦਤਮੀਜ਼ੀ ਕੀਤੀ ਸੀ, ਕਿ ਉਹਨਾਂ ਦੇ ਆਪਣੀ ਯੋਗਤਾ ਜਿਹੜੀ ਆ ਉਹ ਪੂਰੀ ਹਾਸਲ ਨਹੀਂ ਸੀ ਕੀਤੀ, ਜਿਹੜਾ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਕੁੱਟ ਰਹੇ ਹੋ? ਅਗਲੀ ਗੱਲ ਇਹ ਆ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਅੱਛਾ, ਉਹ ਭਲਾ ਕਿਉਂ? ਕਹਿੰਦੇ ਵੀ ਚੋਣ ਕਮੇਟੀ ਦਾ ਮੁਖੀ ਬਣਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ, ਤੇ ਕੀ ਮੁੱਖ ਮੰਤਰੀ ਕਾਂਗਰਸ ਦੇ ਪ੍ਰਧਾਨ ਦੇ ਥੱਲੇ ਲੱਗ ਕੇ ਕੰਮ ਕਰੂਗਾ? ਇਹ ਤਾਂ ਉਹਨੂੰ ਇੱਕ ਤਰੀਕੇ ਦੇ ਨਾਲ ਹਾਸ਼ੀਏ ਦੇ ਉੱਤੇ ਕਰਨ ਦੀ ਕੋਸ਼ਿਸ਼ ਆ, ਉਹਨੂੰ ਦਬਾ ਕੇ ਰੱਖਣ ਦੀ ਇੱਕ ਕੋਸ਼ਿਸ਼ ਆ। ਸਿੱਧੂ ਦੀ ਜ਼ਿੱਦ ਦੇ ਮੂਹਰੇ ਹਾਈ ਕਮਾਂਡ ਝੁਕੀ ਪਈ ਆ, ਇਸ ਕਰਕੇ ਚੰਨੀ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ। ਨਹੀਂ, ਪਰ ਕੈਪਟਨ ਸਾਹਿਬ ਕਿਹਦੇ ਵੱਲ ਹੈ? ਕੈਪਟਨ ਸਾਹਿਬ ਪਤਾ ਨਹੀਂ ਕਿਹਦੇ ਵੱਲ ਆ, ਪਰ ਉਹ ਕਹਿੰਦੇ ਵੀ ਐਮ ਨਹੀਂ ਹੁੰਦਾ ਜਿਵੇਂ ਚੱਲ ਰਿਹਾ। ਨਹੀਂ, ਉਹ ਤਾਂ ਠੀਕ ਆ, ਪਰ ਹੁਣ ਆਪਾਂ ਨੂੰ ਫਿਕਰ ਕਿਉਂ ਆ ਵੀ ਐ ਨਹੀਂ ਹੁੰਦਾ ਜਾਂ ਐ ਹੁੰਦਾ? ਕਿਸੇ ਪਾਰਟੀ 'ਚ ਕੁਝ ਵੀ ਹੁੰਦਾ ਰਹੇ, ਆਪਾਂ ਨੂੰ ਫਿਕਰ ਕਿਉਂ? ਆਪਾਂ ਜਿਹੜੇ ਘਰ ਦੇ ਵਿੱਚੋਂ ਆਏ ਆ, ਮਾੜੀ ਮੋਟੀ ਉਹਦੀ ਯਾਦ ਤਾਂ ਸਤਾਉਂਦੀ ਆ ਨਾ। ਕਿ ਤੇਰੀ ਯਾਦ ਸਤਾਤੀ ਹੈ, ਆਏ ਹਾਏ, ਬਾਰ-ਬਾਰ ਆਤੀ ਹੈ। ਤੁਸੀਂ ਮੈਨੂੰ ਲੱਗਦਾ ਜ਼ਿਆਦਾ ਹੀ ਹਿੰਦੀ ਗਾਣੇ ਸੁਣਨ ਲੱਗ ਗਏ ਹੋ ਅੱਜਕੱਲ। ਐ ਕਦੇ ਕੰਨ ਬਲੇਲ ਪੈ ਗਏ, ਯਾਦ ਆ ਰਹੀ ਹੈ, ਤੇਰੀ ਯਾਦ ਆ ਰਹੀ ਹੈ, ਠੀਕ ਆ। ਉਹ ਫਿਰ ਗਾਣੇ ਗੁਣੇ ਸੁਣਦੇ ਹੋਣੇ ਹੁਣ ਜੀ, ਹੋ ਸਕਦਾ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਕਹਿਣ ਦਾ ਮੌਕਾ ਮਿਲਿਆ, ਤੇ ਉਹਨਾਂ ਨੇ ਇਸ ਮੌਕੇ ਦੀ ਢੁਕਵੀਂ ਵਰਤੋਂ ਕੀਤੀ। ਉਹ ਕਹਿੰਦੇ ਵੀ ਦੇਖੋ ਸਾਡੀ ਪਾਰਟੀ ਦੀ ਹੈਗੇ ਬੱਲੇ ਬੱਲੇ, ਉਹ ਕਹਿੰਦੇ ਵੀ ਦੇਖੋ ਟਕਾ ਕੇ ਠੋਕੋ, ਇਹਨਾਂ ਦਾ ਬਹੁਤ ਇਸ ਵਕਤ ਕੰਮ ਖਰਾਬ ਆ। ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਬੜੇ ਖਿਲਾਰੇ ਪੈਣੇ ਆ। ਉਹ ਕਹਿੰਦੇ ਚੋਣ ਜ਼ਾਬਤਾ ਲੱਗ ਲੈਣ ਦਿਓ, ਫਿਰ ਮੈਂ ਪੰਜੀ ਦਾ ਪਾਉਣ ਦਿਖਾਊਂ ਵੀ ਬਣਦਾ ਕੀ ਆ। ਨਹੀਂ, ਪਰ ਗੱਲ ਇਹ ਆਉਂਦੇ ਸਮੇਂ 'ਚ ਕਿੱਥੋਂ ਖਿਲਾਰੇ ਤਾਂ ਆਲਰੇਡੀ ਅੱਗੇ ਹੀ ਪਏ ਹੋਏ ਨੇ ਕਾਂਗਰਸ ਦੇ ਵਿੱਚ। ਪਹਿਲਾਂ ਹੀ ਆਲਰੇਡੀ ਨਹੀਂ, ਅੱਗੇ ਹੀ, ਹਾਂ ਅੱਗੇ ਹੀ ਖਿਲਾਰੇ ਪਏ ਹੋਏ ਨੇ ਟਾਣਾ ਸਾਹਿਬ ਕਾਂਗਰਸ ਦੇ ਵਿੱਚ। ਇਹ ਖਿਲਾਰੇ ਸਮੇਟੇ ਨਹੀਂ ਜਾ ਰਹੇ ਹਾਲੇ। ਪਿਛਲੇ ਖਿਲਾਰੇ ਜਿਹੜੇ ਉਹ ਸਮੇਟੇ ਨਹੀਂ ਸੀਗੇ ਕਿ ਉਧਰ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਨਵਾਂ ਖਿਲਾਰਾ ਪਾ ਦਿੱਤਾ ਹੈ। ਸੋ ਗੱਲ ਇਹ ਹੈ ਕਿ ਇਹ ਖਿਲਾਰੇ ਤਾਂ ਹਾਲੇ ਵਧਣੇ ਨੇ, ਚੋਣ ਜ਼ਾਬਤਾ ਲੱਗ ਲੈਣ ਤੋਂ ਵੇਖੀ ਜਾਏ ਹੁੰਦਾ ਕੀ। ਬਿਲਕੁਲ ਜੀ, ਇਹਨਾਂ ਦਾ ਕਹਿਣ ਦਾ ਭਾਵ ਇਹ ਆ ਹਰਮਨ ਜੀ ਦਾ, ਰਾਣਾ ਗੁਰਜੀਤ ਸਿੰਘ ਦੇ ਰੂਪ ਦੇ ਵਿੱਚ, ਵੀ ਉਹਨਾਂ ਦੇ ਸੁਪੁੱਤਰ ਦੇ ਵੱਲੋਂ ਟਿਕਟ ਦਾ ਦਾਅਵਾ ਕੀਤਾ ਜਾ ਰਿਹਾ ਸੁਲਤਾਨਪੁਰ ਲੋਧੀ ਤੋਂ। ਜਿਹੜੇ ਸੁਲਤਾਨਪੁਰ ਲੋਧੀ ਤੋਂ ਵਰਤਮਾਨ ਵਿਧਾਇਕ ਆ, ਉਹ ਕਹਿੰਦੇ ਵੀ ਨਾ, ਜਦੋਂ ਮੈਂ ਸਿਟਿੰਗ ਐਮਐਲਏ ਆ, ਵਰਤਮਾਨ ਐਮਐਲਏ ਆ, ਤੇ ਟਿਕਟ ਮੇਰੀ। ਇਸ ਗੱਲ ਦੇ ਉੱਤੇ ਥੋੜੀ ਜੀ ਵਿਵਾਦਗ੍ਰਸਤ ਸਥਿਤੀ ਬਣੀ ਹੋਈ ਆ। ਜੀ ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਇੱਕ ਨਾ ਬਲਜੀਤ ਮਾਲਵੇ ਦਾ ਗਾਣਾ ਸੀ ਜਿਹੜਾ ਕਿ ਅੱਜ ਵੀ ਸਭ ਦੇ ਚੇਤੇ ਦੇ ਵਿੱਚ ਆ, ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰ ਗਿਆ। ਵਾਹ, ਬਿਲਕੁਲ ਸਹੀ ਹੈ। ਪਰ ਅੱਜ ਦੇ ਪ੍ਰਸੰਗ ਦੇ ਵਿੱਚ ਉਹ ਮੌਜਾਂ ਭੁੱਲਣੀਆਂ ਨਹੀਂ ਜਿਹੜੀਆਂ ਕਿਸਾਨਾਂ ਦੇ ਸਿਰ ਤੇ ਕਰ ਗਿਆ। ਵਾਕਈ ਇਹ ਵੀ ਗੱਲ ਨਾਲ ਜੁੜਦੀ ਹੈ, ਕਿਉਂਕਿ ਕਿਸਾਨਾਂ ਦੇ ਸਿਰ ਦੇ ਉੱਤੇ 1.25 ਸਾਲ ਕਿਸੇ ਨੇ ਟੋਲ ਪਲਾਜ਼ੇ ਤੇ ਪਰਚੀ ਨਹੀਂ ਕਟਾਈ। ਟੋਲ ਪਲਾਜ਼ੇ ਦੇ ਉੱਤੇ ਬੈਠਾ ਕੋਈ ਨਹੀਂ ਸੀਗਾ, ਕਿਸੇ ਨੂੰ ਜਾਣ ਆਉਣ ਦਾ ਰੁਪਈਆ ਨਹੀਂ ਦੇਣਾ ਪੈਂਦਾ ਸੀ, ਦੁੱਕੀ ਨਹੀਂ ਕਿਸੇ ਨੇ ਦਿੱਤੀ। ਹੁਣ ਜਦੋਂ 1.25 ਸਾਲ ਬਾਅਦ ਟੋਲ ਪਲਾਜ਼ੇ ਫੇਰ ਖੁੱਲਣ ਦੀ ਵਾਰੀ ਆਈ,
ਤਾਂ ਉਹਨਾਂ ਨੇ ਇੱਕਦਮ ਰੇਟ ਚੱਕਤੇ, ਭਾਅ ਵਧਾਤਾ। ਤੇ ਹੁਣ ਉਹਨਾਂ ਲੋਕਾਂ ਨੂੰ ਬੇਨਤੀ ਆ ਵੀ ਜਿਹੜੇ ਕਹਿੰਦੇ ਸੀ ਇਹ ਤਾਂ ਨਕਲੀ ਕਿਸਾਨ ਆ, ਉਹਨਾਂ ਦੇ ਕਰਕੇ 1.25 ਸਾਲ ਤੁਸੀਂ ਇੱਕ ਦੁੱਕੀ ਨਹੀਂ ਦਿੱਤੀ ਟੋਲ ਪਲਾਜ਼ੇ ਤੇ। ਹੁਣ ਤੁਸੀਂ ਅਸਲੀ ਹੋ, ਹੁਣ ਰੋਕੋ। ਬਿਲਕੁਲ ਸਹੀ ਹੈ ਟਾਣਾ ਸਾਹਿਬ। ਇਹ ਤਾਂ ਤੁਸੀਂ ਟੋਲ ਪਲਾਜ਼ੇ ਦੀ ਗੱਲ ਛੇੜੀ, ਸੱਚੀ ਮੈਨੂੰ ਉਹ ਤਸਵੀਰਾਂ ਵੀਡੀਓਜ਼ ਜਿਹੜੀਆਂ ਉਹ ਚੇਤੇ ਆ ਗਈਆਂ ਜਿਹਦੇ ਵਿੱਚ ਭਾਅ ਆਪਣੀ ਮਰਜ਼ੀ ਦੇ ਨਾਲ ਬਦਲੇ ਜਾ ਰਹੇ ਨੇ। ਜਿਹੜੀ ਪਰਚੀ ਪਹਿਲਾਂ ਕਹਿ ਲੋ ਵੀ ਲੱਗਦੀ ਹੁੰਦੀ ਸੀ ਕੋਈ 100 ਰੁਪਏ ਦੀ, ਤਾਂ ਉਹ ਸਿੱਧਾ ਹੀ 125 ਤੋਂ ਵੱਧ ਦੀ ਕਰ ਦਿੱਤੀ ਗਈ। ਜਿਹੜੀ ਪਰਚੀ ਕੋਈ 50 ਰੁਪਏ ਦੀ ਸੀ ਉਹਨੂੰ ਸਿੱਧਾ ਹੀ 100 ਤੋਂ ਵੱਧ ਕਰ ਦਿੱਤਾ ਗਿਆ। ਸੋ ਗੱਲ ਇਹ ਹੈ ਕਿ ਇਸ ਵੇਲੇ ਬਹੁਤ ਜ਼ਿਆਦਾ ਭਾਅ ਜਿਹੜੇ ਨੇ ਉਹ ਟੋਲ ਪਲਾਜ਼ਿਆਂ ਨੇ ਵਧਾ ਦਿੱਤੇ ਨੇ ਤੇ ਲੋਕਾਂ ਦੀਆਂ ਜੇਬਾਂ ਦੇ ਉੱਪਰ ਬਹੁਤ ਵੱਡਾ ਡਾਕਾ ਪੈ ਰਿਹਾ। ਇਹਦੇ ਵਿੱਚ ਕਿਸਾਨਾਂ ਦਾ ਜਾਂ ਆਮ ਲੋਕਾਂ ਦਾ ਕਸੂਰ ਕੀ ਆ? ਕਹਿੰਦੇ ਜੀ ਅਸੀਂ ਘਾਟੇ ਵਾਧੇ ਪੂਰੇ ਕਰਨੇ ਆ, ਇਹ ਲੰਮਾ ਸਮਾਂ ਬੰਦ ਰਹੇ ਆ, ਤੇ ਬੰਦ ਵੀ ਤਾਂ ਟੋਲ ਪਲਾਜ਼ੇ ਤਾਂ ਹੀ ਰਹੇ ਆ ਵੀ ਸਰਕਾਰ ਨੇ ਗਲਤ ਫੈਸਲਾ ਕਰ ਲਿਆ। ਬਿਲਕੁਲ ਸਹੀ। ਸਰਕਾਰ ਨੇ ਮਰਜ਼ੀ ਮੁਤਾਬਕ ਕਾਨੂੰਨ ਬਣਾਤੇ, ਲਾਗੂ ਕਰਨ ਦੀ ਗੱਲ ਛਿੜੀ, ਉਹ ਸੜਕਾਂ ਤੇ ਆ ਗਏ। ਜੇਕਰ ਸਰਕਾਰ ਪਹਿਲੇ ਹੀ ਦਿਨ ਇਸ ਮੰਗ ਨੂੰ ਮੰਨ ਲੈਂਦੀ ਵੀ ਕਾਨੂੰਨ ਅਸੀਂ ਰੱਦ ਕਰਦੇ ਆ, ਵਾਪਸ ਲੈਨੇ ਆ, ਤਾਂ ਫਿਰ ਪਹਿਲੇ ਦਿਨ ਹੀ ਉੱਠ ਖੜਦੇ। ਨਾਲੇ ਤਾਂ ਕਿਸਾਨ ਆ ਜਿਹੜੇ 380 ਦਿਨ ਸੜਕਾਂ ਤੇ ਸੁੱਤੇ, ਤੇ ਨਾਲੇ ਹੁਣ ਇਹ ਗੱਲ ਕਹਿੰਦੇ ਵੀ ਭਾਈ ਤੁਹਾਡੀ ਜੇਬ ਦੇ ਉੱਤੇ ਅਸੀਂ ਹੋਰ ਭਾਰ ਪਾਉਣਾ। ਮਤਲਬ ਇਹ ਆ ਵੀ ਪਹਿਲਾਂ ਉਧਰ ਮਾਰੀ ਗਏ ਤੇ ਫਿਰ ਇੱਧਰ ਮਾਰੇ ਜਾਣੇ ਕਿਸਾਨ ਜਾਂ ਆਮ ਲੋਕ ਸਾਰੇ। ਤੇ ਹੁਣ ਕਈ ਲੋਕ ਇਹ ਗੱਲ ਕਹਿੰਦੇ ਵੀ ਕਿਸਾਨਾਂ ਨੂੰ ਇੱਧਰ ਵੀ ਸੰਘਰਸ਼ ਕਰਨਾ ਚਾਹੀਦਾ। ਕਿਉਂ ਬਈ? ਮੈਂ ਇੱਕ ਬੇਨਤੀ ਕਰਦਾ ਵੀ ਕਿਸਾਨ ਤਾਂ ਸੰਘਰਸ਼ ਕਰ ਹੀ ਰਹੇ ਆ ਜੀ। ਉਹ 380 ਦਿਨ ਬਾਰਡਰਾਂ ਤੇ ਵੀ ਕਰਕੇ ਆਏ ਆ। ਕਿਸਾਨਾਂ ਦੇ ਟਰੈਕਟਰਾਂ ਦੇ ਉੱਤੇ ਤਾਂ ਟੋਲ ਲਾਗੂ ਵੀ ਨਹੀਂ ਹੁੰਦਾ, ਚਲੋ ਇਹ ਵੀ ਗੱਲ ਆ, ਪਰ ਮੈਨੂੰ ਇਹ ਦੱਸੋ ਵੀ ਬਾਕੀ ਸੁੱਤੇ ਪਏ ਆ। ਹਾਂ, ਕੱਲੇ ਕਿਸਾਨ ਕਿਉਂ ਕਰਨ? ਜਿਹੜੇ ਕਾਰਾਂ ਜੀਪਾਂ ਵਾਲੇ, ਟਰੱਕਾਂ ਵਾਲੇ, ਬੱਸਾਂ ਵਾਲੇ, ਹੋਰ ਜਿਹੜੇ 4 ਪਹੀਆ ਵਾਹਨਾਂ ਵਾਲੇ, ਉਹ ਕਿਉਂ ਨਹੀਂ ਇੱਥੇ ਕਰਦੇ ਕੁਛ? ਹੁਣ ਉਹਨਾਂ ਦਾ ਵੀ ਇਹ ਕੰਮ ਆ, ਉਹਨਾਂ ਦਾ ਵੀ ਇਹ ਫਰਜ਼ ਬਣਦਾ ਵੀ ਤੁਸੀਂ ਹੁਣ ਜਾ ਕੇ ਸੜਕਾਂ ਦੇ ਉੱਤੇ ਬੈਠੋ। ਆਪਾਂ ਸਿਰਫ ਰਾਏ ਦੇਣ ਵਾਲੇ ਆ ਵੀ ਤੁਹਾਨੂੰ ਐਵੇਂ ਕਰ ਲੈਣਾ ਚਾਹੀਦਾ। ਹੁਣ ਤੁਹਾਡਾ ਆਹ ਫਰਜ਼ ਬਣਦਾ, ਆਪਾਂ ਸਿਰਫ ਫਰਜ਼ ਦੱਸਣ ਵਾਲੇ ਆ, ਨਿਭਾਉਣ ਵਾਲੇ ਨਹੀਂ। ਨਾਲੇ ਕਿਸੇ ਦੇ ਮੋਢੇ ਦੇ ਉੱਪਰ ਬੰਦੂਕ ਰੱਖ ਕੇ ਕਿੰਨੀ ਕੁ ਦੇਰ ਚਲਾਉਂਦੇ ਰਵਾਂਗੇ? ਸਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਮਤਲਬ ਹਰ ਇੱਕ ਮੁੱਦੇ ਦੇ ਉੱਪਰ ਬੋਲਣ ਤਾਂ ਸਿਰਫ ਕਿਸਾਨ। ਮੈਨੂੰ ਨਾ ਟਕੈਤ ਸਾਹਿਬ ਤੇ ਉਗਰਾਹਾਂ ਸਾਹਿਬ ਦਾ ਇੱਕ ਬਿਆਨ ਬੜਾ ਵਧੀਆ ਲੱਗਾ ਜੀ। ਉਹ ਕਹਿੰਦੇ ਵੀ ਦੱਸੋ, ਜਿਵੇਂ ਸਰਕਾਰ MSP ਦੇ ਵਿੱਚ 2% 4% ਵਾਧਾ ਕਰਦੀ 1 ਸਾਲ ਬਾਅਦ, ਉਵੇਂ ਟੋਲ ਦੇ ਭਾਅ 'ਚ ਵਾਧਾ ਕਰ ਲਓ। ਜੇ ਸਾਡੀ ਚੀਜ਼ 100 ਦੀ ਕਹਿੰਦੇ ਵੀ ਸਾਲ ਬਾਅਦ 102 ਦੀ ਹੋਗੀ, ਉਵੇਂ ਜਿਹੜਾ 100 ਰੁਪਏ ਦਾ ਟੋਲ ਆ 102 ਰੁਪਏ ਦਾ ਕਰ ਦਿਓ। ਪਰ ਜੇ ਤੁਸੀਂ ਇਹ ਕਹੋ ਵੀ ਪਹਿਲਾਂ 100 ਰੁਪਏ ਸੀ ਲੰਘਣ ਦਾ ਤੇ ਹੁਣ ਲੱਗੂਗਾ 150 ਰੁਪਏ ਜਾਂ 140 ਰੁਪਏ, ਇਹ ਕਿਹੜਾ ਭਾਅ ਹੋਇਆ ਬਈ? ਬਿਲਕੁਲ ਸਹੀ ਹੈ। ਇਸ ਕਰਕੇ ਜੇਕਰ ਸਰਕਾਰ ਨੇ ਇਹ ਭਾਅ ਵਧਾਏ, ਜੇਕਰ ਸਰਕਾਰ ਨੇ ਇਹਦੇ ਬਾਬਤ ਕੁਝ ਨਾ ਸੋਚਿਆ, ਟੋਲ ਕੰਪਨੀਆਂ ਨੇ ਆਪਣੀ ਮਨਮਰਜ਼ੀ ਕੀਤੀ, ਤਾਂ ਉਹ ਕਹਿੰਦੇ ਵੀ ਅਸੀਂ ਇਹਦੇ ਖਿਲਾਫ ਵੀ ਸੰਘਰਸ਼ ਕਰਾਂਗੇ। ਤੇ ਉਗਰਾਹਾਂ ਸਾਹਿਬ ਨੇ ਵੀ ਇਹੀ ਗੱਲ ਕਹੀ ਆ, ਉਹ ਕਹਿੰਦੇ ਵੀ ਅਸੀਂ ਬਖਸ਼ਾਂਗੇ ਨਹੀਂ, ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਸੋ ਲੋੜ ਆ ਮੇਰੇ ਖਿਆਲ ਦੇ ਮੁਤਾਬਕ ਕਿ ਅਸੀਂ ਇਸ ਗੱਲ ਦੇ ਉੱਤੇ ਸਿਰ ਜੋੜ ਕੇ ਅੱਗੇ ਵਧੀਏ। ਬਿਲਕੁਲ ਸਹੀ। ਨਾਲ ਦੀ ਨਾਲ ਟਾਣਾ ਸਾਹਿਬ ਗੱਲ ਇਹ ਹੈ, ਹੋ ਸਕਦਾ ਹੈ ਕਿ ਮੈਂ ਇੱਥੇ ਥੋੜੀ ਜਿਹੀ ਗਲਤ ਹੋਵਾਂ, ਪਰ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਉਸ ਹਿਸਾਬ ਦੇ ਨਾਲ ਮੈਂ ਤਾਂ ਅੱਜ ਤੱਕ ਇਹੀ ਸੁਣਿਆ ਵੀ ਜਿਹੜੇ ਵੀ ਟੋਲ ਲੱਗਦੇ ਨੇ, ਟੋਲ ਪਲਾਜ਼ੇ ਲਗਾਏ ਜਾਂਦੇ ਨੇ, ਉਹ ਸਿਰਫ ਉਨੀ ਦੇਰ ਤੱਕ ਲਗਾਏ ਜਾਂਦੇ ਨੇ ਜਦ ਤੱਕ ਉਹ ਖਰਚਾ ਜਿਹੜਾ ਉਹ ਪੂਰਾ ਨਹੀਂ ਹੋ ਜਾਂਦਾ ਸੜਕ ਦਾ, ਹਨਾ। ਜਦੋਂ ਖਰਚਾ ਪੂਰਾ ਤੇ ਟੋਲ ਜਿਹੜੇ ਆ ਉੱਥੋਂ ਚੱਕ ਦੇਣੇ ਚਾਹੀਦੇ ਨੇ। ਪਰ ਮੈਂ ਭਾਰਤ ਦੇ ਵਿੱਚ ਕਦੇ ਨਹੀਂ ਵੇਖਿਆ ਕੋਈ ਟੋਲ ਪਲਾਜ਼ਾ। ਨਾਲੇ ਵੱਡੀ ਗੱਲ ਇਹ ਆ ਵੀ ਫਸਲਾਂ ਨੂੰ ਤਾਂ 100 ਕਿਸਮ ਦੇ ਸੰਕਟ ਜੀ, ਕਦੇ ਕੁਦਰਤ ਦੀ ਮਾਰ, ਕਦੇ ਭਾਅ ਘੱਟ ਮਿਲਿਆ, ਕਦੇ ਕੋਈ ਹੋਰ ਸਮੱਸਿਆ ਆ ਗਈ, ਕਦੇ ਤੁਸੀਂ ਕਹਿੰਦੇ ਗੁਣਵੱਤਾ ਨਹੀਂ ਠੀਕ ਹੈਗੀ, ਬਿਲਕੁਲ, ਕਦੇ ਕਹਿੰਦੇ ਨੇ ਜੀ ਕਿ ਇੱਥੇ ਸਪਰੇਅ ਮਾੜੀ ਆ ਗਈ, ਕਦੇ ਬੀ ਮਾੜਾ ਮਿਲ ਗਿਆ, ਕਦੇ ਕੋਈ ਕਾਰਨ, ਕਦੇ ਕੋਈ ਕਾਰਨ। ਉਧਰ ਤਾਂ ਸਾਨੂੰ 100 ਤਰ੍ਹਾਂ ਦੇ ਝਟਕੇ ਲੱਗਦੇ ਆ। ਇਹ ਸੁੱਕੀ ਸੜਕ ਦੇ ਉੱਤੇ, ਰੜੇ ਮੈਦਾਨ ਦੇ ਉੱਤੇ ਕਾਹਦਾ ਖਤਰਾ? ਬਿਲਕੁਲ, ਕਿਹੜੀ ਮਾਰ ਪੈਂਦੀ ਇੱਥੇ? ਸੋ ਇਸ ਕਰਕੇ ਲੋਕਾਂ ਦੀ ਜੇਬ ਦੇ ਉੱਤੇ ਡਾਕਾ ਨਹੀਂ ਮਾਰਨਾ ਚਾਹੀਦਾ, ਨਹੀਂ ਤਾਂ ਸ਼ਾਇਦ ਲੋਕ ਫੇਰ ਜਾਗਣ। ਕਿਸਾਨ ਤਾਂ ਜਾਗੇ ਹੋਏ ਆ, ਸ਼ਾਇਦ ਬਾਕੀ ਲੋਕ ਵੀ ਜਾਗਣ, ਜਿਹਦੀ ਕਿ ਮੈਨੂੰ ਆਸ ਘੱਟ ਆ। ਕਿਉਂਕਿ ਆਪਾਂ ਕਹਿੰਦੇ ਲੈ ਜਦੋਂ ਹੁਣ ਚੱਲੇ ਹੀ ਆ ਤੇ 40 ਵੱਧ ਕੀ ਤੇ 40 ਘੱਟ ਕੀ, ਤੇ ਭਰੀ ਚੱਲੋ, ਫਿਰ ਕਿਸੇ ਦਾ ਕੀ ਜਾ ਰਿਹਾ? 150 ਵੱਧ ਕੀ ਤੇ 150 ਘੱਟ ਕੀ? ਕਿਸਮਤ 'ਚ ਹੀ ਐ ਲਿਖਿਆ, ਸਰਕਾਰਾਂ ਹੁੰਦੀਆਂ ਹੀ ਏਦਾਂ। ਹਾਂ, ਬਸ ਇਹੀ ਸੋਚਦੇ ਸੋਚਦੇ ਪਹਿਲਾਂ ਪੈਟਰੋਲ ਦੇ ਭਾਅ ਜਦੋਂ ਵੱਧ ਰਹੇ ਸੀ ਉਦੋਂ ਨਹੀਂ ਬੋਲੇ, ਸਿਲੰਡਰ ਦੇ ਭਾਅ ਵੱਧ ਰਹੇ ਸੀ ਉਦੋਂ ਨਹੀਂ ਬੋਲੇ, ਬਿਜਲੀ ਮਹਿੰਗੀ ਹੋਈ ਉਦੋਂ ਨਹੀਂ ਬੋਲੇ, ਹੋਰ ਚੀਜ਼ਾਂ ਮਹਿੰਗੀਆਂ ਹੋ ਗਈਆਂ ਉਦੋਂ ਨਹੀਂ ਬੋਲੇ, ਤਾਂ ਹੁਣ ਉੱਥੇ ਹੀ ਆ ਵੀ ਸਹੀ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਬੜੀਆਂ ਖਰੀਆਂ ਗੱਲਾਂ ਕੀਤੀਆਂ ਜੀ। ਉਹ ਕਹਿੰਦੇ ਵੀ ਦੇਖੋ, ਬਹੁਤ ਸਾਰੇ ਲੋਕ ਪੁੱਛਦੇ ਆ ਵੀ ਕਿਹੜੇ ਕਿਹੜੇ ਕਿਸਾਨ ਆਗੂ ਕਿਹੜੀ ਕਿਹੜੀ ਪਾਰਟੀ ਦੇ ਵੱਲ ਜਾ ਰਹੇ ਆ, ਜਾਂ ਅੰਦਰੋਂ ਜਾ ਚੁੱਕੇ ਆ, ਜਾਂ ਜਾਣਗੇ ਜੀ। ਉਹ ਕਹਿੰਦੇ ਦੇਖੋ, ਗੱਲ ਸਾਫ਼ ਤੇ ਸਪਸ਼ਟ ਹੈ ਵੀ ਬਹੁਤ ਸਾਰੀਆਂ ਪਾਰਟੀਆਂ, ਬਹੁਤ ਸਾਰੇ ਕਿਸਾਨ ਨੇਤਾਵਾਂ ਦੇ ਨਾਲ ਸੰਪਰਕ ਕਰਦੀਆਂ ਸਨ ਤੇ ਹਨ, ਪਰ ਕਿਹਨੇ ਕਿੱਧਰ ਜਾਣਾ ਇਹਦੇ ਬਾਬਤ ਕਿਸੇ ਦਾ ਕੋਈ ਫੈਸਲਾ ਨਹੀਂ। ਉਹ ਕਹਿੰਦੇ ਵੀ ਅਸੀਂ ਸਾਂਝੇ ਤੌਰ ਦੇ ਉੱਤੇ ਇੱਕ ਮੀਟਿੰਗ ਕਰਾਂਗੇ, ਉਸ ਮੀਟਿੰਗ ਦੇ ਵਿੱਚ ਅਗਲਾ ਫੈਸਲਾ ਕਰਾਂਗੇ ਵੀ ਕਰਨਾ ਕੀ ਆ। ਪਰ ਇੱਕ ਮਤ ਨਹੀਂ ਆ ਸਾਰੀਆਂ ਜਥੇਬੰਦੀਆਂ, ਉਹਨਾਂ ਦੇ ਵੱਖੋ ਵੱਖਰੇ ਵਿਚਾਰ ਆ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਜੀ ਕਿ ਅਸੀਂ ਤਾਂ ਚੋਣਾਂ ਲੜਾਂਗੇ ਪੰਜਾਬ ਦੇ ਵਿੱਚ, ਅਸੀਂ ਬੰਦੇ ਵੀ ਖੜੇ ਕਰ ਰਹੇ ਹਾਂ, ਅਸੀਂ ਪਾਰਟੀ ਵੀ ਬਣਾਈ ਆ। ਉਧਰੋਂ ਕੁਝ ਕਿਸਾਨ ਆਗੂ ਇਹ ਚਾਹੁੰਦੇ ਜੀ ਕਿ ਅਸੀਂ ਆਪਣੀ ਪਾਰਟੀ ਖੜੀ ਕਰੀਏ ਪੰਜਾਬ 'ਚ।
ਕੁਝ ਕੀ ਚਾਹੁੰਦੇ ਵੀ ਨਹੀਂ ਜਿਹੜੀਆਂ ਪਾਰਟੀਆਂ ਚੱਲਦੀਆਂ ਪਹਿਲਾਂ ਉਹਦੇ ਵਿੱਚ ਜਾਇਆ ਜਾਵੇ। ਤੇ ਰਾਜੇਵਾਲ ਸਾਹਿਬ ਨੇ ਗੱਲ ਕਹੀ ਆ ਕਿ ਪਹਿਲਾਂ ਪੂਰਾ ਇਸ ਮਾਮਲੇ ਨੂੰ ਘੋਖ ਲੈਣਾ ਚਾਹੀਦਾ, ਤੋਲ ਲੈਣਾ ਚਾਹੀਦਾ। ਲੋਕਾਂ ਦੀਆਂ ਉਮੀਦਾਂ ਇਸ ਵਕਤ ਕਿਸਾਨ ਆਗੂਆਂ ਤੋਂ ਬਹੁਤ ਸਾਰੀਆਂ, ਜੇਕਰ ਅਸੀਂ ਉਮੀਦਾਂ ਦੇ ਉੱਤੇ ਖਰੇ ਨਾ ਉਤਰੇ ਤਾਂ ਬਹੁਤ ਵੱਡਾ ਝਟਕਾ ਲੱਗਣਾ। ਕਿਉਂਕਿ ਜੇਕਰ ਅਸੀਂ ਵਰਗ ਵੰਡ 'ਚ ਪੈ ਗਏ ਵੀ ਇਹ ਤਾਂ ਯਾਰ ਫਲਾਣਿਆਂ ਦੇ ਨਾਲ ਜੁੜ ਗਿਆ ਤੇ ਬਾਕੀਆਂ ਨੇ ਵਿਰੋਧਤਾ ਸ਼ੁਰੂ ਕਰਤੀ, ਤੇ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਜਿਹੜੀ ਕਿ ਰਾਜੇਵਾਲ ਸਾਹਿਬ ਨੂੰ ਤੇ ਬਾਕੀ ਸੀਨੀਅਰ ਕਿਸਾਨ ਆਗੂਆਂ ਨੂੰ ਤਾਂ ਪਤਾ ਹੀ ਆ, ਸਾਡੇ ਵਿੱਚ ਬਹੁਤ ਸਾਰੇ ਮਤਭੇਦ ਆ। 32 ਜਥੇਬੰਦੀਆਂ ਤਾਂ ਬਣੀਆਂ ਕਿਉਂਕਿ ਸਾਡੀ ਸੁਰ ਇੱਕ ਨਹੀਂ ਸੀ। ਬਿਲਕੁਲ ਸਹੀ। ਪਰ ਸਾਡਾ ਏਜੰਡਾ ਇੱਕ ਸੀ ਵੀ ਅਸੀਂ ਕਾਨੂੰਨ ਰੱਦ ਕਰਵਾਉਣੇ ਆ। ਉਸ ਏਜੰਡੇ ਦੇ ਕਰਕੇ ਅਸੀਂ ਇੱਕ ਹੋਏ ਤੇ ਜਦੋਂ ਪੰਜਾਬ ਦੇ ਵਿੱਚ ਆ ਗਏ ਤਾਂ ਮਤਭੇਦ ਸਾਡੇ ਉਵੇਂ ਹੀ ਆ। ਬਿਲਕੁਲ ਸਹੀ। ਏਜੰਡੇ ਤੇ ਅਸੀਂ ਇੱਕ ਸੀ, ਉਦਾਂ ਸਾਡੀ ਸੁਰ ਨਹੀਂ ਮਿਲਦੀ, ਕਰੂਰਾ ਨਹੀਂ ਰਲਦਾ। ਸੋ ਇਸ ਕਰਕੇ ਇਹ ਕਰੂਰਾ ਜਿੰਨਾ ਚਿਰ ਰਲਦਾ ਨਹੀਂ ਉਨੀ ਦੇਰ ਤੱਕ ਮੇਰੀ ਨਿੱਜੀ ਤੌਰ ਤੇ ਵੀ ਬੇਨਤੀ ਆ ਵੀ ਕਿਸੇ ਪਾਰਟੀ ਦੇ ਵਿੱਚ ਜਾਣ ਬਾਰੇ ਜਾਂ ਵੱਖੋ ਵੱਖਰੀਆਂ ਪਾਰਟੀਆਂ 'ਚ ਜਾਣ ਬਾਰੇ ਹਲੇ ਨਾ ਸੋਚਿਓ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਦੇਖੋ ਜਿਵੇਂ ਤੁਸੀਂ ਕਿਹਾ ਕਿ ਹਰੇਕ ਦੀ ਆਪੋ ਆਪਣੀ ਮਰਜ਼ੀ ਹੈ ਕਿ ਉਹਨੇ ਕੀ ਕਰਨਾ ਹੈ ਕੀ ਨਹੀਂ ਕਰਨਾ, ਪਰ ਇਹਦੇ ਨਾਲ ਹੀ ਇੱਥੇ ਇਹ ਗੱਲ ਵੀ ਜ਼ਰੂਰ ਕਹਿਣੀ ਬਣਦੀ ਹੈ ਕਿ ਤੁਸੀਂ ਫੈਸਲਾ ਚਾਹੇ ਜੋ ਮਰਜ਼ੀ ਲਓ, ਪਰ ਇਹ ਜ਼ਿਹਨ ਦੇ ਵਿੱਚ ਬਿਠਾ ਕੇ ਰੱਖਣੀ ਚਾਹੀਦੀ ਹੈ ਗੱਲ ਕਿ ਅਸੀਂ ਜੋ ਕੁਝ ਵੀ ਪਿੱਛੇ ਹੋਇਆ, ਚੰਗਾ ਜਾਂ ਮਾੜਾ ਜਾਂ ਜਿਵੇਂ ਵੀ ਹੋਇਆ, ਉਹਦੇ ਬਾਬਤ ਹੁਣ ਕੋਈ ਵੀ ਜ਼ਿਕਰ ਨਹੀਂ ਹੋਣਾ ਚਾਹੀਦਾ। ਉਹ ਵੇਲਾ ਲੰਘ ਗਿਆ। ਉਹ ਹੁਣ ਜਿਹੜਾ ਸਾਡਾ ਏਜੰਡਾ ਸੀ, ਜਿਹੜੇ ਮੁੱਦੇ ਦੇ ਉੱਪਰ ਅਸੀਂ ਸਾਰੇ ਇਕੱਠੇ ਹੋਏ ਸੀ ਕਿ ਖੇਤੀ ਕਾਨੂੰਨ ਰੱਦ ਕਰਾਉਣੇ ਨੇ, ਉੱਥੇ ਅਸੀਂ ਜਿੱਤ ਹਾਸਲ ਕਰ ਲਈ ਹੈ ਤੇ ਜਦੋਂ ਜਿੱਤ ਮਿਲ ਗਈ ਤੇ ਉਹ ਸਾਰਾ ਮਾਮਲਾ ਉੱਥੇ ਹੀ ਖਤਮ ਹੋ ਜਾਣਾ ਚਾਹੀਦਾ। ਇੱਥੇ ਆ ਕੇ ਸਾਨੂੰ ਜਦੋਂ ਹੁਣ ਅਸੀਂ ਜੇਤੂ ਰੌਂ ਦੇ ਵਿੱਚ ਆ, ਸਾਡਾ ਚਾਰੇ ਪਾਸੇ ਸਤਿਕਾਰ ਆ, ਕੁਝ ਵੀ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਜਿਹਦੇ ਕਰਕੇ ਸਾਡਾ ਜਲੂਸ ਨਿਕਲੇ। ਬਿਲਕੁਲ ਸਹੀ। ਇਹ ਸਤਿਕਾਰ ਵੀ ਬਰਕਰਾਰ ਰਵੇ ਤੇ ਇਹ ਪ੍ਰਭਾਵ ਜਿਹੜਾ ਦੁਨੀਆ ਦੇ ਵਿੱਚ ਗਿਆ ਵੀ ਜੋ ਪੰਜਾਬੀਆਂ ਨੇ ਅਗਵਾਈ ਕੀਤੀ ਹੈ ਤੇ ਇਹ ਸਿਰਾ ਲਾਉਂਦੇ ਆ ਤੇ ਸਿਰਾ ਲਾ ਕੇ ਛੱਡਿਆ। ਤੇ ਅਸੀਂ ਜਾਣਦੇ ਆ ਕਿ ਪੰਜਾਬੀ ਅਸੀਂ ਕਿਹੋ ਜਿਹੇ ਹਾਂ, ਹੈ ਨਾ। ਤੇ ਇਹ ਜਿਹੜੀਆਂ ਸਾਡੀਆਂ ਮਾੜੀਆਂ ਗੱਲਾਂ ਨੇ ਇਹ ਵਿਰੋਧੀਆਂ ਨੂੰ ਨਾ ਪਤਾ ਲੱਗਣ। ਗੋਦੀ ਮੀਡੀਆ ਲੱਭ ਰਿਹਾ ਹੈ ਕੋਈ ਨਾ ਕੋਈ ਸਾਡੇ ਵਿੱਚ ਕਮੀ ਪੇਸ਼ੀ, ਉਧਰ ਸਰਕਾਰਾਂ ਵੀ ਲੱਭ ਰਹੀਆਂ ਨੇ ਕਿ ਕਿਸੇ ਨਾ ਕਿਸੇ ਗੱਲ ਦੇ ਉੱਪਰ ਇਹਨਾਂ ਨੂੰ ਭੰਡਿਆ ਜਾਵੇ, ਆਪਾਂ ਮੌਕਾ ਨਾ ਦਈਏ ਕਿਸੇ ਨੂੰ। ਬਿਲਕੁਲ ਸਹੀ ਗੱਲ ਹੈ। ਤੇ ਰਾਜੇਵਾਲ ਸਾਹਿਬ ਆਮ ਆਦਮੀ ਪਾਰਟੀ ਵੱਲ ਜਾਂਦੇ ਆ ਜਾਂ ਨਹੀਂ ਜਾਂਦੇ ਇਹ ਵਕਤ ਬਿਆਨ ਕਰ ਦੂਗਾ। ਮੇਰੀ ਲੰਘੇ ਕੱਲ ਹਰਪਾਲ ਸਿੰਘ ਚੀਮਾ ਦੇ ਨਾਲ ਵੀ ਗੱਲ ਹੋਈ ਸੀ। ਉਹ ਕਹਿੰਦੇ ਵੀ ਦੇਖੋ ਇਹ ਪਾਰਟੀ ਹਾਈ ਕਮਾਨ ਦਾ ਵਿਸ਼ਾ, ਉਹਨਾਂ ਨੇ ਕੀ ਫੈਸਲਾ ਕਰਨਾ ਤੇ ਕੀ ਨਹੀਂ ਕਰਨਾ। ਪਰ ਰਾਜੇਵਾਲ ਹੋਰਾਂ ਨੇ ਭੇਤ ਖੋਲੇ ਆ ਕਿ ਭਾਈ ਰਾਜਨੀਤੀ ਦੇ ਵਿੱਚ ਬਹੁਤ ਕੁਝ ਚੱਲਦਾ, ਰਾਜਨੀਤੀ ਦੇ ਵਿੱਚ ਬਹੁਤ ਘੁੰਮਣ ਘੇਰੀਆਂ, ਅਸੀਂ ਸਾਰਾ ਕੁਝ ਪਹਿਲਾਂ ਸਹਿਮਤੀ ਬਣਾ ਕੇ ਫੇਰ ਫੈਸਲਾ ਕਰਾਂਗੇ ਵੀ ਕਿਹਨੂੰ ਕਿਹੜੀ ਕਦਮ ਪੱਟਣਾ ਚਾਹੀਦਾ, ਕਿਹੜੇ ਪਾਸੇ ਨੂੰ ਪੈਰ ਰੱਖਣਾ ਚਾਹੀਦਾ ਤੇ ਕਿਹੜੇ ਪਾਸੇ ਨੂੰ ਨਹੀਂ। ਬਿਲਕੁਲ ਸਹੀ। ਚੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਦੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਮੈਨੂੰ ਨਾ ਰਾਤ ਸੁਪਨਾ ਆਇਆ ਜੀ, ਉਹ ਇਹ ਸੀਗਾ ਵੀ ਉਹ ਹਰਨਾਜ ਕੌਰ ਸੰਧੂ ਆ, ਹਾਂਜੀ, ਉਹ ਬਣ ਗਈ ਮਿਸ ਯੂਨੀਵਰਸ ਬਣ ਗਈ ਜੀ। ਉਹਨੇ ਕਾਫੀ ਲੰਮੇ ਸਮੇਂ ਬਾਅਦ 21 ਵਰਿਆਂ ਬਾਅਦ ਜੀ ਤੇ ਸਾਡੀ ਝੋਲੀ ਦੇ ਵਿੱਚ ਖੂਬਸੂਰਤੀ ਦਾ ਤਾਜ ਪਾਇਆ। ਤੇ ਕਹਿੰਦੇ ਵੀ ਉਹ ਚੰਡੀਗੜ੍ਹ ਦੇ ਵਿੱਚ ਪੜ੍ਹੀ ਲਿਖੀ ਆ ਜੀ ਤੇ ਬਟਾਲੇ ਦੀ ਜੰਮੀ ਜਾਈ ਆ ਜੀ, ਤੇ ਬੜੀ ਉਹਦੀ ਚੜ੍ਹਾਈ ਆ ਕੁੜੀ ਦੀ। ਉਹਨੇ ਕਹਿੰਦੇ ਵੀ ਆਪਦੇ ਗਿਆਨ ਦੀ ਪੇਸ਼ਕਾਰੀ ਐ ਕੀਤੀ, ਜੀਕੇ ਜਿਹਨੂੰ ਕਹਿੰਦੇ ਆ ਜੀ, ਬਈ ਉਹਨੇ ਬੜੇ ਖੂਬਸੂਰਤ ਜਵਾਬ ਦਿੱਤੇ ਕੁੜੀ ਨੇ। ਨਹੀਂ ਇੱਕ ਮਿੰਟ, ਤੁਸੀਂ ਸੁਪਨੇ ਤੋਂ ਸ਼ੁਰੂ ਹੋਏ ਹਰਨਾਜ ਸੰਧੂ ਤੇ ਆ ਗਏ, ਚੱਲ ਕੀ ਰਿਹਾ ਹੈ? ਗੱਲ ਮੇਰੀ ਪੂਰੀ ਤਾਂ ਹੋਣ ਦਿਓ। ਉਹੀ ਮੈਂ ਕਹਿ ਰਹੀ ਸੀ ਵੀ ਤੁਸੀਂ ਇਹ ਵੇਖੋ, ਪਹਿਲਾਂ ਤਾਂ ਹਰਨਾਜ ਸੰਧੂ ਦੀ ਗੱਲ ਕਰਦੇ ਆ। ਕੁੜੀ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਕਿ 21 ਵਰਿਆਂ ਬਾਅਦ ਇਹਨੇ ਇਹ ਜਿਹੜਾ ਤਾਜ ਹੈ ਉਹ ਭਾਰਤ ਦੀ ਝੋਲੀ ਦੇ ਵਿੱਚ ਲਾਰਾ ਦੱਤਾ ਤੇ ਸੁਸ਼ਮਨਾ ਸੇਨ ਤੋਂ ਬਾਅਦ ਇਹ ਹਰਨਾਜ ਸੰਧੂ ਨੇ ਇਹ ਯੂਨੀਵਰਸ ਵਾਲਾ ਤਾਜ ਲਿਆ। ਹਾਂਜੀ ਸਾਰਾ ਗਿਆਨ ਰੱਖਦਾ ਮੈਂ। ਤੇ ਜਦੋਂ ਲਾਰਾ ਦੱਤਾ ਨੇ ਇਹਨੂੰ ਜਿੱਤਿਆ ਸੀ ਮਿਸ ਯੂਨੀਵਰਸ ਵਾਲੇ ਤਾਜ ਨੂੰ, ਉਸ ਵਰੇ ਚ ਹਰਨਾਜ ਸੰਧੂ ਦਾ ਜਨਮ ਹੋਇਆ ਸੀ। ਬੀਬੀ ਵੀ ਇਹ ਕੁੜੀ ਵੀ 21 ਵਰਿਆਂ ਦੀ ਹੈ ਤੇ 21 ਸਾਲਾਂ ਬਾਅਦ ਹੀ ਇਹ ਤਾਜ ਜਿਹੜਾ ਭਾਰਤ ਨੂੰ। ਪਰ ਸੁਪਨਾ ਮੈਨੂੰ ਇਸ ਰੂਪ ਦੇ ਵਿੱਚ ਆਇਆ ਵੀ ਉਹਦੇ ਤਾਂ ਸਿਰ ਦੇ ਉੱਤੇ ਤਾਜ ਰੱਖਿਆ ਗਿਆ। ਮੈਨੂੰ ਸੁਪਨਾ ਆਇਆ ਵੀ ਕੋਈ ਬੰਦਾ ਇਹ ਗੱਲ ਕਹਿੰਦਾ ਵੀ ਮੈਂ ਵੀ ਨਿੱਕਾ ਹੁੰਦਾ ਮਾਡਲਿੰਗ ਕਰਦਾ ਰਿਹਾ। ਮੈਂ ਵੀ ਇਹ ਕੰਮ ਬਹੁਤ ਕੀਤਾ। ਹੁਣ ਦੱਸੋ ਸੁਪਨਾ ਜੁੜਦਾ ਸੀ ਨਾ? ਪੂਰਾ ਜੁੜਦਾ ਸੀ। ਹਾਂ, ਕਮਾਲ ਕਰ ਦਿੰਦੇ ਹੋ। ਚਲੋ ਖੈਰ ਕੋਈ ਗੱਲ ਨਹੀਂ ਜੀ, ਹਰ ਤਰੀਕੇ ਦੇ ਬੰਦੇ ਹੁੰਦੇ ਆ, ਹਰ ਬੰਦੇ ਦਾ ਆਪੋ ਆਪਣਾ ਕੰਮ ਦਾ ਢੰਗ ਹੁੰਦਾ। ਸਾਰੇ ਹੀ ਸਾਡੇ ਲਈ ਸਤਿਕਾਰਯੋਗ ਆ, ਪਰ ਸੁਪਨੇ ਪੂਰੇ ਹੋਣ ਜਗਦੀਆਂ ਅੱਖਾਂ ਵਾਲੇ ਇਹਦੀ ਕਾਮਨਾ ਕਰਦੇ ਆ ਜੀ। ਬਿਲਕੁਲ ਸਹੀ ਹੈ। ਤੇ ਆਪਾਂ ਖਬਰ ਵੱਲ ਨੂੰ ਆਉਣ ਦਿਓ। ਅੱਗੇ ਕਮੀ ਸੀ, ਪੂਰਾ ਮਨੋਰੰਜਨ ਲੋਕ ਕਰਦੇ ਪਏ ਨੇ। ਤੁਸੀਂ ਕਿਤੇ ਸੋਸ਼ਲ ਮੀਡੀਆ ਖੋਲ ਕੇ ਤਾਂ ਵੇਖੋ, ਤਰ੍ਹਾਂ ਮਤਲਬ ਪੂਰੀ ਕਹਾਣੀ ਲਿਖੀ ਹੁੰਦੀ ਹੈ। ਬੰਦੇ ਨੂੰ ਲੱਗਦਾ ਵੀ ਇਹ ਕਹਾਣੀ ਦੇ ਵਿੱਚੋਂ ਕੁਛ ਨਾ ਕੁਛ ਨਿਕਲੂਗਾ, ਹਨਾ, ਵੀ ਕਿੰਨੀ ਵਧੀਆ ਕਿੰਨੀ ਸੋਹਣੀ ਕਹਾਣੀ ਹੈ, ਹਨਾ, ਤੇ ਅੰਤ ਦੇ ਵਿੱਚ ਉਹੀ ਹੁੰਦਾ। ਉਹੀ ਮੈਂ ਵੀ ਐਂ ਕੀਤਾ। ਤੇ ਆਪਾਂ ਹੁਣ ਖਬਰ ਵੱਲ
ਨੂੰ ਚਲੀਏ। ਹਾਂ ਮਿਰਜ਼ਾਪੁਰ ਵਾਲੀ ਗੱਲ ਸੁਣਾ ਦਿਓ। ਹਾਂ ਅਸਲ ਦੇ ਵਿੱਚ ਨਾ ਉੱਥੇ ਇੱਕ ਲਾੜੇ ਨੇ ਤਾਂ ਭਾਈ ਕਹਿਰ ਹੀ ਢਾਤਾ। ਕੀ ਹੋਇਆ? ਮੈਂ ਨਾ ਲੋੜਾ ਹੀ ਆ ਗਿਆ ਉੱਥੇ। ਓਏ ਹੋਏ ਹੋਏ ਹੋਏ। ਉੱਥੇ ਲਾੜੇ ਲਾੜੀ ਦਾ ਵਿਆਹ ਹੋ ਗਿਆ। ਲਾੜੇ ਲਾੜੀ ਦਾ ਹੀ ਵਿਆਹ ਹੁੰਦਾ? ਗੱਲ ਪੂਰੀ ਹੋ ਲੈਣ ਦਿਓ ਨਾ। ਚਲੋ ਫਿਰ ਤੁਹਾਨੂੰ ਪਤਾ ਹੀ ਮੈਂ ਰਹਿਣ ਦਿੰਦਾ। ਨਹੀਂ ਮੈਂ ਤਾਂ ਵਿਆਹ ਦੀ ਗੱਲ ਕੀਤੀ ਸੀ। ਉੱਥੇ ਭਾਈ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਜੀ ਤੇ ਲਾੜਾ ਨਾ ਉੱਥੇ ਜਿੱਦ ਕਰਕੇ ਬਹਿ ਗਿਆ। ਲਾਲਚੀ ਹੁੰਦੇ ਕਈ ਬੰਦੇ, ਕਹਿੰਦਾ ਮੋਟਰਸਾਈਕਲ ਲੈਣਾ ਆਪਾਂ ਤਾਂ। ਮੋਟਰਸਾਈਕਲ ਲੈ ਤੋਂ ਬਿਨਾ, ਬਾਈਕ ਲੈ ਤੋਂ ਬਿਨਾ ਮੈਂ ਨਹੀਂ ਡੋਲੀ ਲੈ ਕੇ ਜਾਂਦਾ। ਉਹ ਕੁੜੀ ਵਾਲਿਆਂ ਨੂੰ ਵੀ ਗੁੱਸਾ ਚੜਿਆ ਵੀ ਐਡਾ ਲਾਲਚੀ ਬੰਦਾ ਥੋੜੀ ਹੁੰਦਾ। ਆ ਮੇਰਾ ਖਿਆਲ ਵੀ 70-80 ਹਜ਼ਾਰ ਰੁਪਏ ਦਾ 90 ਹਜ਼ਾਰ ਦਾ ਮੋਟਰਸਾਈਕਲ ਹੋਊਗਾ। ਜਿਹੜਾ ਬੰਦਾ ਅੱਜ 80-90 ਹਜ਼ਾਰ ਰੁਪਏ ਦੇ ਪਿੱਛੇ ਜ਼ਿੱਦ ਕਰੀ ਜਾਂਦਾ, ਉਹਨੇ ਕੱਲ ਨੂੰ ਕੀ ਕਰਨਾ? ਕੱਲ ਨੂੰ ਕੋਈ ਹੋਰ ਪਸੂੜੀ ਖੜੀ ਕਰੂ, ਫਿਰ ਕਹੂਗਾ ਮੈਨੂੰ ਮਰੂਤੀ ਚਾਹੀਦੀ ਹੈ, ਫਿਰ ਕਹੂਗਾ ਮੈਨੂੰ ਹੋਰ ਵੱਡੀ ਗੱਡੀ ਚਾਹੀਦੀ ਹੈ, ਫਿਰ ਕੋਈ ਕੋਠੀ ਲੈ ਕੇ ਦਿਓ, ਫਿਰ ਕਹੂਗਾ ਜੀ ਮੈਨੂੰ ਹੋਰ ਪੈਸੇ ਚਾਹੀਦੇ ਆ। ਐ ਬੰਦੇ ਦਾ ਲਾਲਚ ਵੱਧ ਜਾਂਦਾ। ਮੁਫਤ ਦੀਆਂ ਨਹੀਂ ਖਾਣੀਆਂ ਚਾਹੀਦੀਆਂ। ਜੋ ਕਮਾਇਆ ਉਹਦੇ ਵਿੱਚ ਠੀਕ ਰਹੋ। ਨਾਲੇ ਤੁਸੀਂ ਵਿਆਹ ਕਰਾਉਣ ਗਏ ਹੋ ਕਿ ਆਪਣਾ ਜਿਹੜਾ ਉਹ ਕਹਿ ਲੋ ਵੀ ਗਰੀਬੀ ਉਹ ਦਿਖਾਉਣ ਗਏ ਹੋ? ਜੇ ਕੁੜੀ ਦਾ ਬਾਪ ਇਹ ਗੱਲ ਕਹਿ ਦੇਵੇ ਵੀ ਭਾਈ ਮੈਂ ਮੋਟਰਸਾਈਕਲ ਲੈ ਦੇਣਾ, ਪਹਿਲਾਂ ਪੈਟਰੋਲ ਪੰਪ ਲੈ, ਆਪਦੇ ਤੋਂ ਪਵਾਇਆ ਕਰੀ ਤੇਲ, ਤੇ ਫਿਰ ਇਹ ਮਾਨਸਿਕ ਗਰੀਬੀ ਛੱਡਣੀ ਪਊਗੀ ਟਾਣਾ ਸਾਹਿਬ। ਤੁਸੀਂ ਇਹ ਵੇਖੋ, ਪਤਾ ਨਹੀਂ ਇੰਨਾ ਗੁੱਸਾ ਆਉਂਦਾ ਹੈ, ਸਮਝ ਤੋਂ ਬਾਹਰ ਦੀਆਂ ਗੱਲਾਂ। ਕਈ ਵਾਰ ਰੱਜੇ ਪੁੱਜੇ, ਮਤਲਬ ਐਡੀਆਂ ਵੱਡੀਆਂ ਵੱਡੀਆਂ ਕੋਠੀਆਂ ਵਾਲੇ, ਗੱਡੀਆਂ ਵਾਲੇ, ਉਹ ਵੀ ਜਦੋਂ ਇਦਾਂ ਦੀ ਗੱਲ ਕਰਦੇ ਨੇ ਨਾ ਤੇ ਸੱਚੀ ਸਮਝ ਨਹੀਂ ਆਉਂਦੀ ਵੀ ਕੀ ਕਹਿ ਕੇ ਇਹਨਾਂ ਨੂੰ ਤੇ ਫਿਰ ਕਹਿ ਲੋ ਵੀ ਸਮਝਾਇਆ ਜਾਵੇ ਜਾਂ ਕਿੱਦਾਂ ਇਹਨਾਂ ਨੂੰ ਝਿੜਕਿਆ ਜਾਵੇ ਕਿ ਇਹਨਾਂ ਦੇ ਖਾਨੇ ਗੱਲ ਪਵੇ। ਐਵੇਂ ਭੁਖੂ ਕਰਦੇ ਫਿਰਦੇ ਆ। ਪਰ ਜਿਹੜੀ ਗੱਲ ਹੈ ਮਿਰਜ਼ਾਪੁਰ ਵਾਲੀ, ਉੱਥੇ ਨਾ ਪਤਾ ਲੱਗਾ ਜੀ ਵੀ ਕੁੜੀ ਵਾਲੇ ਨੇ ਜਵਾਬ ਦਿੱਤਾ, ਕਹਿੰਦੇ ਵੀ ਨਹੀਂ ਐ ਨਹੀਂ ਹੁੰਦਾਗਾ। ਬਾਅਦ ਦੇ ਵਿੱਚ ਪੰਚਾਇਤ ਆ ਗਈ, ਪੰਚਾਇਤ ਮੁੰਡੇ ਨੂੰ ਸਮਝਾਉਣ ਲੱਗ ਗਈ, ਬਾਕੀ ਬਰਾਤੀਆਂ ਨੂੰ ਸਮਝਾਉਣ ਲੱਗ ਗਈ। ਇਹ ਲਾੜਾ ਕੁੜੀ ਦੇ ਗਹਿਣੇ ਚੱਕ ਕੇ ਭੱਜ ਗਿਆ। ਕੁੜੀ ਦੀਆਂ ਟੂਮਾਂ ਛੱਲੇ ਚੱਕ ਕੇ ਭੱਜ ਗਿਆ। ਪਹਿਲਾਂ ਤਾਂ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਵੀ ਕਾਹਤੋਂ ਪੁਲਿਸ ਕੋਲੇ ਜਾਣਾ, ਫਿਰ ਵੀ ਜਵਾਈ ਭਾਈ ਆ ਜਿਹੜਾ ਹੁਣੇ ਹੋਇਆ ਤੇ ਐਵੇਂ ਰੌਲਾ ਪੈ ਜਾਊਗਾ। ਬਾਅਦ ਦੇ ਵਿੱਚ ਪੁਲਿਸ ਬੁਲਾਈ, ਹੁਣ ਪਰਚਾ ਦਰਜ ਕਰਵਾਇਆ। ਇਹੋ ਜਿਹਾ ਬੰਦਾ ਟੱਕਰਿਆ, ਗਹਿਣੇ ਚੱਕ ਕੇ ਫੁਰ। ਕੀ ਕਵੇ ਇਹਦੇ ਬਾਰੇ ਚ ਬੰਦਾ, ਹਨਾ ਵੀ ਹੱਦ ਹੀ ਹੋ ਗਈ ਦੁਨੀਆ ਦੀ ਸੱਚੀ। ਵੀ ਤੁਹਾਨੂੰ ਸ਼ਰਮ ਹੀ ਹੈ ਨਹੀਂ ਕਿ ਵੀ ਕੀ ਕਰਦੇ ਹੋ ਤੁਸੀਂ? ਬੰਦਾ ਜ਼ਿੰਦਗੀ ਦੇ ਵਿੱਚ ਵਿਆਹ ਦਾ ਫੈਸਲਾ ਲੈਂਦਾ ਹੈ ਕਿ ਚਲੋ ਅੱਗੇ ਸੋਹਣੀ ਜ਼ਿੰਦਗੀ ਸ਼ੁਰੂ ਹੋਊਗੀ। ਕਈ ਲੋਕ ਤਾਂ ਸ਼ਾਇਦ ਵਿਆਹ ਕਰਵਾਉਂਦੇ ਇਸ ਲਈ ਵੀ ਗੱਡੀ ਮਿਲੂਗੀ, ਮੋਟਰਸਾਈਕਲ ਮਿਲੂਗਾ, ਗਹਿਣੇ ਮਿਲੂਗੇ। ਮਤਲਬ ਹੱਦ ਆ। ਤੁਸੀਂ ਆਪ ਕਮਾਓ, ਆਪ ਇੰਨੇ ਜੋਗੇ ਹੋਵੋ ਕਿ ਤੁਸੀਂ ਆਪ ਉਹ ਚੀਜ਼ਾਂ ਖਰੀਦ ਸਕੋ, ਹਨਾ। ਘਰ ਜਿਹੜਾ ਹੈ ਉਹ 2 ਟਾਇਰ ਕਹਿੰਦੇ ਆ ਨਾ ਵੀ, ਮਤਲਬ ਜ਼ਿੰਦਗੀ ਜਿਹੜੀ ਹੈ ਉਹ ਗੱਡੀ ਦੇ 2 ਟਾਇਰਾਂ ਵਰਗੀ ਹੈ। ਤੇ ਜੇ ਇੱਕ ਟਾਇਰ ਇਦਾਂ ਹੀ ਕਹੋ ਮੈਂ ਅੱਗੇ ਨਿਕਲ ਜਾਵਾਂ, ਮੈਂ ਵੱਧ ਖਾ ਲਵਾਂ, ਮੈਂ ਵੱਧ ਇਕੱਠਾ ਕਰ ਲਾਂ, ਤੇ ਕਦੇ ਨਹੀਂ ਉਹ ਗੱਡੀ ਚੱਲ ਸਕਦੀ। ਮੇਰਾ ਤਾਂ ਹਮੇਸ਼ਾ ਉਹਨਾਂ ਲੋਕਾਂ ਨੂੰ ਲਾਹਨਤ ਪਾਉਣ ਨੂੰ ਚਿੱਤ ਕਰਦਾ ਜਿਹੜੇ ਦਾਜ ਦੇ ਵਿੱਚ ਲੈ ਕੇ ਗੱਡੀ ਮਗਰ ਪਤਾ ਕੀ ਲਿਖਵਾਉਂਦੇ ਆ, ਜੱਟ ਮੌਜਾਂ ਕਰਦਾ ਹੈ ਰੱਬ ਨੇ ਥੋੜ ਕੋਈ ਨਾ ਰੱਖੀ। ਵੀ ਤੁਹਾਨੂੰ ਕਾਹਦੇ ਗਾਣੇ ਸੁਝਦੇ ਆ? ਹਾਂ ਬਿਲਕੁਲ ਸਹੀ ਹੈ। ਤੁਸੀਂ ਤਾਂ ਕੱਲੀ ਹੋਰ ਬਣਾਤੀ। ਤੇ ਪਤਾ ਨਹੀਂ ਇਹ ਚੀਜ਼ਾਂ ਕਦੀ ਅਣਖ ਦੇ ਉੱਪਰ ਸੱਟ ਵੀ ਨਹੀਂ ਮਾਰਦੀਆਂ ਵੀ ਅਸੀਂ ਕਿਸੇ ਤੋਂ ਚੀਜ਼ ਮੰਗ ਰਹੇ ਹਾਂ। ਉਹ ਨੇੜੇ ਨਹੀਂ ਆਉਣ ਦਿੰਦੇ। ਹਾਂ ਨਹੀਂ ਉਦਾਂ ਗੱਲੀ ਬਾਤੀ ਕਹਿਣਗੇ ਅਸੀਂ ਬਹੁਤ ਅਣਖੀ ਹੁੰਨੇ ਹਾਂ, ਅਸੀਂ ਪੰਜਾਬੀ ਬੜੇ ਅਣਖੀ ਹੁੰਨੇ ਹਾਂ, ਹੈਗੇ ਵੀ ਆ ਬਹੁਤ ਸਾਰੇ ਅਣਖੀ ਲੋਕ ਜਿਉਂਦੇ ਨੇ। ਮੈਂ ਬਹੁਤ ਸਾਰੇ ਇਹੋ ਜਿਹੇ ਵਿਆਹ ਵੀ ਦੇਖੇ ਨੇ ਟਾਣਾ ਸਾਹਿਬ ਜਿਹਦੇ ਵਿੱਚ ਲਾੜੇ ਦਾ ਜਿਹੜਾ ਬਾਪ ਹੈ ਜਾਂ ਕਹਿ ਲਓ ਮੁੰਡੇ ਵਾਲੇ ਨੇ ਜਿਹੜੇ, ਉਹ ਕਹਿੰਦੇ ਨੇ ਕਿ ਸਿਰਫ ਤੇ ਸਿਰਫ ਕੁੜੀ ਜਿਹੜੀ ਆ ਉਹ ਵਿਆਹ ਵਾਲੇ ਜੋੜੇ ਚ ਅਸੀਂ ਘਰੇ ਲੈ ਕੇ ਜਾਣੀ ਹੈ, ਇਸ ਤੋਂ ਇਲਾਵਾ ਕੁਝ ਨਹੀਂ ਲਵਾਂਗੇ, ਇਸ ਤੋਂ ਇਲਾਵਾ ਅਸੀਂ ਕੋਈ ਵੀ ਟੂਮ ਛੱਲਾ ਕੋਈ ਖਰਚਾ ਤੁਹਾਡਾ ਨਹੀਂ ਕਰਾਉਣਾ, ਹਨਾ। ਆਪਾਂ ਪਿੱਛੇ ਜੇ ਕੁਲਵੰਤ ਧਾਲੀਵਾਲ ਹੋਰਾਂ ਦੀ ਵੀ ਗੱਲ ਕੀਤੀ ਸੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਦਾ ਵਿਆਹ ਕੀਤਾ ਪੁੱਤ ਦਾ। ਸੋ ਬਹੁਤ ਸਾਰੇ ਹੋਰ ਲੋਕ ਵੀ ਨੇ ਜਿਹੜੇ ਸਾਦੇ ਵਿਆਹ ਕਰਦੇ ਨੇ, ਪਰ ਜਿਹੜੇ ਇਦਾਂ ਲਾਲਚੀ ਨੇ ਉਹਨਾਂ ਨੂੰ ਸੋਚਣਾ ਚਾਹੀਦਾ। ਸਹੀ ਆ। ਚੱਜ ਦਾ ਵਿਚਾਰ। ਹਰਮਨ ਜੀ ਦੋਵੇਂ ਟੀਕੇ ਲਵਾ ਲਏ ਜਿਹੜੇ ਕਰੋਨਾ ਵਾਲੇ? ਹਾਂਜੀ। ਉਹ ਵੈਕਸੀਨ ਲਵਾ ਲਈ? ਦੋਵੇਂ ਲਵਾ ਲਈਆਂ। ਦੂਜੀ ਵਾਰ ਨਹੀਂ ਬੁਖਾਰ ਚੜਦਾ? ਹਾਂਜੀ ਪਹਿਲੀ ਵਾਰ ਚੜਦਾ। ਪਹਿਲੀ ਵਾਰੀ ਤਾਂ ਵਾਧੂ ਚੜਿਆ ਸੀ। ਪਹਿਲੀ ਵਾਰ ਤਾਂ ਜਦੋਂ ਲਵਾਇਆ ਟੀਕਾ ਉਹ ਐਂ ਜੇ ਲੱਗਾ ਰਿਹਾ ਜਿਵੇਂ ਕਿਸੇ ਨੇ ਕੁੱਟਿਆ ਹੁੰਦਾ। ਜੋੜਾਂ ਚ ਪੀੜਾਂ, ਗੋਡੇ ਜੇ ਦੁਖੀ ਜਾਣ, ਟਸੂ ਕਰਨ, ਬੁਖਾਰ ਹੀ ਬਹੁਤ ਹੋ ਗਿਆ। ਹੋਰ ਕੀ ਹੈ, ਮੈਨੂੰ ਤਾਂ ਚੇਤਾ ਆ ਜਾਂਦਾ ਪੁਰਾਣੀਆਂ ਗੱਲਾਂ ਦਾ। ਪਰ ਦੂਜੇ ਟੀਕੇ ਵੇਲੇ ਕੁਝ ਨਹੀਂ ਹੁੰਦਾ। ਮੈਨੂੰ ਪਰਸੋਂ ਚੌਥੇ ਇੱਕ ਬੰਦੇ ਦਾ ਫੋਨ ਆ ਗਿਆ, ਹੈ ਤਾਂ ਮੇਰਾ ਜਾਣਕਾਰ। ਮੈਨੂੰ ਕਹਿੰਦਾ ਟੈਣਾ ਜੀ ਮੈਨੂੰ ਟੀਕਾ ਲਵਾ ਲੈਣਾ ਚਾਹੀਦਾ? ਤੇ ਮੈਂ ਕਿਹਾ ਪਹਿਲੀ ਗੱਲ ਇਹ ਵੀ ਹਾਲੇ ਤੱਕ ਲਵਾਇਆ ਹੀ ਨਹੀਂ। ਕਹਿੰਦਾ ਮੈਂ ਸੁਣਿਆ ਵੀ ਭਾਈ ਇਹਦੇ ਵਿੱਚ ਬੜੀ ਵੱਡੀ ਗੜਬੜੀ ਹੈ। ਮੈਂ ਕਿਹਾ ਕੀ? ਕਹਿੰਦੇ ਟੀਕਾ ਲਵਾਉਣ ਵਾਲੇ ਸਾਰੇ ਚੜਾਈ ਕਰ ਜਾਣਗੇ। ਮੈਨੂੰ ਤਾਂ ਇਹ ਪਤਾ ਲੱਗਾ ਇਹ ਬੜੀ ਵੱਡੀ ਸਾਜ਼ਿਸ਼ ਆ। ਮੈਂ ਕਿਹਾ ਇਹ ਗੱਲਾਂ ਅਫਵਾਹਾਂ ਹੁੰਦੀਆਂ, ਇਹਨਾਂ ਦੇ ਉੱਤੇ ਯਕੀਨ ਨਹੀਂ ਕਰੀਦਾ। ਟੀਕੇ ਦੋਵੇਂ ਲਵਾਉਣੇ ਬੜੇ ਜ਼ਰੂਰੀ ਆ। ਹੁਣ ਤਾਂ ਓਮਿਕਰੋਨ ਵੀ ਆ ਗਿਆ, ਹੁਣ ਤਾਂ ਤੀਜਾ ਬੂਸਟਰ ਟੀਕਾ ਲਾਉਣ ਨੂੰ ਫਿਰਦੇ ਕਈ ਦੇਸ਼। ਬਿਲਕੁਲ ਸਹੀ ਗੱਲ ਹੈ। ਇਸ ਕਰਕੇ ਤੂੰ ਭਾਈ ਪਹਿਲਾ ਲਵਾ, ਵੇਲੇ ਸਿਰ ਦੂਜਾ ਲਵਾ ਤੇ ਆਪਦਾ ਖਤਰੇ ਤੋਂ ਬਾਹਰ ਹੋ, ਅਫਵਾਹਾਂ ਤੋਂ ਬਚੋ ਭਾਈ। ਕਹਿੰਦਾ ਨਹੀਂ ਮੈਨੂੰ ਤਾਂ ਪਤਾ ਲੱਗਾ ਵੀ ਭਾਈ ਸਾਰਿਆਂ ਨੇ ਤੁਰ ਜਾਣਾ। ਤੇ ਮੈਂ ਕਿਹਾ ਫਿਰ ਤਾਂ ਤੂੰ ਜ਼ਰੂਰ ਲਵਾ। ਕਹਿੰਦਾ ਕਿਉਂ? ਮੈਂ ਕਿਹਾ ਫਿਰ ਤੂੰ ਕੱਲਾ ਹੀ ਕਰੇਗਾ ਇੱਥੇ? ਅਸੀਂ ਤਾਂ ਸਾਰਿਆਂ ਨੇ ਚੱਲ ਜਾਣਾ। ਮੈਂ ਕਿਹਾ ਫਿਰ ਕੱਲਾ ਹੀ ਰੜੇ ਬਣਾ ਕੇ ਤੁਰਿਆ ਫਿਰੇਗਾ। ਗੱਲ ਸਹੀ ਹੈ, ਕੱਲਾ ਕਰੇਗਾ। ਮੈਂ ਕਿਹਾ ਤੁਹਾਡੇ ਟੱਬਰ ਨੇ ਲਵਾ ਲਿਆ? ਕਹਿੰਦਾ ਲਵਾ ਲਿਆ। ਤੇ ਮੈਂ ਕਿਹਾ ਆਪ ਜੀ ਨੇ ਫਿਰ ਕੀ ਕਰਨਾ? ਹਾਂ ਬਿਲਕੁਲ ਸਹੀ ਹੈ, ਲਵਾਓ ਜ਼ਰੂਰ।
ਅਫਵਾਹਾਂ ਤੋਂ ਬਚੋ, ਇਦਾਂ ਦਾ ਕੁਝ ਵੀ ਨਹੀਂ ਆ। ਇਹ ਬਚੋ ਬਚੋ ਬਚੋ, ਬਸ ਮੈਂ ਇਹੀ ਕਹੂੰਗੀ। ਪਰ ਉਧਰ ਨਿਊਜ਼ੀਲੈਂਡ ਦੇ ਵਿੱਚ ਕੀ ਹੋ ਗਿਆ? ਉੱਥੇ ਪਤਾ ਲੱਗਾ ਜੀ ਕਿ ਇੱਕ ਬੰਦੇ ਨੇ 24 ਘੰਟੇ 'ਚ 10 ਟੀਕੇ ਲਵਾ ਲਏ ਜੀ। ਹੈਰਾਨੀ ਵਾਲੀ ਗੱਲ ਹੈ। 10 ਖੁਰਾਕਾਂ ਲੈ ਲਈਆਂ ਉਹਨੇ ਜੀ। ਵੈਕਸੀਨ ਦੀ ਓਵਰਡੋਜ਼ ਲੈ ਲਈ ਆ ਉਹਨੇ, ਜਿਹਦੇ ਕਰਕੇ ਹੁਣ ਸਾਰੇ ਪਾਸੇ ਦੀ ਚਰਚਾ ਹੋ ਰਹੀ ਹੈ ਵੀ ਇੰਨਾ ਡਰ, ਕੋਈ ਇੱਕ ਲਵਾਉਣ ਤੋਂ ਡਰ ਰਿਹਾ ਹੈ। ਇੰਨਾ ਡਰ ਨਹੀਂ, ਅਸਲ ਦੇ ਵਿੱਚ ਨਾ ਉੱਥੇ ਕੋਈ ਦਿੱਤਾ ਜਾਂਦਾ ਕੁਝ ਨਾ ਕੁਝ ਮਾੜਾ ਮੋਟਾ ਮਾਣ ਭੱਤਾ ਜਾਂ ਕੋਈ 4 ਛਿੱਲੜ ਦਿੱਤੇ ਜਾਂਦੇ ਹੋਣੇ ਆ। ਉਸ ਬੰਦੇ ਨੇ ਉਸ ਲਾਲਚ ਦੇ ਵਿੱਚ ਆ ਕੇ ਹੀ ਇਹ ਟੀਕੇ ਵੱਧ ਤੋਂ ਵੱਧ ਲਵਾ ਲਏ। ਹੁਣ ਰੌਲਾ ਇਹ ਆ ਵੀ ਇੱਕ ਤਾਂ ਇਹਨੇ ਟੀਕੇ 10 ਲਵਾ ਲਏ, ਇਹਦਾ ਕੋਈ ਨੁਕਸਾਨ ਨਾ ਹੋ ਜੇ। ਇੱਕ ਜਿਨ੍ਹਾਂ ਦੇ ਨਾਂ ਤੇ ਲਵਾ ਲਏ ਉਹਨਾਂ ਨੂੰ ਮਿਲਣਾ ਨਹੀਂ। ਹੁਣ ਮੰਨ ਲਓ ਤੁਹਾਡੇ ਨਾਂ ਦੇ ਉੱਤੇ ਟੀਕਾ ਮੈਂ ਲਵਾ ਲਾਂ ਤੇ ਖਾਤਾ ਹੀ ਤਾਂ ਤੁਹਾਡੇ ਪੈ ਗਿਆ ਵੀ ਭਾਈ ਤੁਹਾਡੇ ਦੋਵੇਂ ਲੱਗੇ। ਜਦੋਂ ਤੁਸੀਂ ਜਾਓਗੇ ਮੇਰੇ ਲਾਉਗਾ, ਤੀਜਾ ਕਦੋਂ ਲੱਗੇ? ਏਦਾਂ ਵੀ ਤਾਂ ਹੈ ਨਾ। ਗੱਲ ਤਾਂ ਸਹੀ ਹੈ। ਕੋਈ ਵਿਚਲੀ ਗੱਲ ਏਦਾਂ ਦੀ ਕੁੰਡੀ ਬਣੀ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦਾ ਇੱਕ ਬੰਦਾ ਸੀ, ਉਹਨੇ 3-4 ਹਫ਼ਤੇ 'ਚ 8-9 ਉਹਨੇ ਲਵਾ ਲਏ। ਚਲੋ ਹੱਦ ਹੋ ਗਈ। ਲੋਕਾਂ ਨੂੰ ਹੋ ਕੀ ਗਿਆ? ਮਤਲਬ ਕੋਈ ਇੱਕ ਲਵਾਉਣ ਤੋਂ ਡਰ ਰਿਹਾ ਤੇ ਕੋਈ 8-8 9-9 10-10 ਲਵਾਈ ਜਾਂਦਾ। ਐਂ ਆ, ਕੀ ਕਰਗੇ? ਨਹੀਂ, ਪਰ ਲਾਲਚ ਨਹੀਂ ਕਰਨਾ ਚਾਹੀਦਾ। ਕੱਲ ਨੂੰ ਤੁਹਾਡੇ ਕਿਸੇ ਅੰਗ ਨੂੰ ਕੋਈ ਨੁਕਸਾਨ ਹੋ ਜਾਵੇ ਜਾਂ ਇਹ ਟੀਕਾ ਜਿਹੜਾ, ਕਿਉਂਕਿ ਜੇ ਬਹੁਤਾਤ ਤਾਂ ਹਰ ਚੀਜ਼ ਦੀ ਮਾੜੀ ਹੁੰਦੀ ਹੈ ਹਨਾ, ਸੋ ਜੇ ਕੱਲ ਨੂੰ ਇਹ ਟੀਕਾ ਤੁਹਾਡੇ ਉੱਪਰ ਕੋਈ ਮਾੜਾ ਪ੍ਰਭਾਵ ਛੱਡ ਦੇਵੇ, ਮਾੜਾ ਅਸਰ ਹੋ ਜਾਏ ਤੁਹਾਡੇ ਸਰੀਰ ਤੇ, ਤਾਂ ਪੈਸੇ ਨੂੰ ਚੱਟਣਾ। ਪੈਸਾ ਕੀ ਕਰੋਗੇ ਜੇ ਬੰਦਾ ਹੀ ਨਾ ਬਚਿਆ? ਤਾਂ ਬੰਦੇ ਨੂੰ ਸੋਚਣਾ ਚਾਹੀਦਾ ਥੋੜਾ ਜਿਹਾ ਵੀ ਜਿਹੜੀ ਡੋਜ਼ ਜਿੰਨੀ ਲਿਖੀ ਹੈ, ਜਿਹੜੀ ਚੀਜ਼ ਜਿੰਨੀ ਜ਼ਰੂਰੀ ਹੈ, ਉਨੀ ਹੀ ਲੈਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਆ। ਸਾਡਾ ਇੱਕ ਜਾਣਕਾਰ ਕਹਿੰਦਾ ਵੀ ਜਦੋਂ ਨਾ ਮੈਂ ਟੀਕਾ ਲਵਾਇਆ ਨਾ ਮੇਰੇ 'ਚ એનર્ਜੀ ਵਾਲੀ ਆ ਗਈ। ਅੱਛਾ। ਕਹਿੰਦਾ ਊਰਜਾਵਾਨ ਬਹੁਤ ਹੋਇਆ ਪਿਆ ਮੈਂ। ਓਏ ਹੋਏ ਹੋਏ। ਕਹਿੰਦਾ ਚਿੱਤ ਕਰਦਾ ਨੱਠਿਆ ਭੱਜਾ ਹੀ ਫਿਰਾਂ। ਕੀ ਬਾਤ ਹੈ। ਕਹਿੰਦਾ ਮੈਨੂੰ ਲੱਗਦਾ ਹੀ ਨਹੀਂ ਵੀ ਮੇਰਾ ਕਦੇ ਕੋਈ ਗੋਡਾ ਦੁਖਦਾ ਸੀ। ਹਰੇਕ ਦੇ ਸਰੀਰ ਦੇ ਉੱਪਰ ਵੱਖੋ ਵੱਖਰਾ ਅਸਰ ਕਰਦਾ ਹੈ ਟੀਕਾ। ਕੋਈ ਬਿਮਾਰ ਹੋ ਗਿਆ, ਕਿਸੇ ਨੂੰ ਬਿਲਕੁਲ ਬੁਖਾਰ ਨਹੀਂ ਹੋਇਆ, ਕਿਸੇ ਦੇ ਹੱਡ ਜੇ ਦੁਖੇ ਨੇ, ਕਿਸੇ ਨੂੰ ਥੋੜਾ ਜਿਹਾ ਬੁਖਾਰ ਹੋਇਆ ਪਤਾ ਵੀ ਨਹੀਂ ਲੱਗਿਆ। ਸੋ ਹਰੇਕ ਦੇ ਸਰੀਰ ਦੇ ਉੱਪਰ ਵੱਖੋ ਵੱਖਰਾ ਅਸਰ ਕੀਤਾ ਇਸ ਟੀਕੇ ਨੇ। ਹਰ ਤਰੀਕੇ ਦੇ ਬੰਦੇ ਆ ਜੀ। ਹਰ ਬੰਦੇ ਦੇ ਉੱਤੇ ਇੱਕੋ ਚਾਬੀ ਨਹੀਂ ਲੱਗਦੀ। ਜਿਵੇਂ ਹਰ ਨਟ ਦੇ ਉੱਤੇ ਇੱਕੋ ਚਾਬੀ ਨਹੀਂ ਲੱਗਦੀ, ਹਰ ਬੰਦੇ ਤੇ ਇੱਕੋ ਫਾਰਮੂਲਾ ਨਹੀਂ ਚੱਲਦਾ। ਵੱਖੋ ਵੱਖਰੇ ਆ ਵਾਕਈ। ਇਸ ਕਰਕੇ ਟੀਕਾ ਲਵਾਓ ਜੀ ਤੇ ਖਤਰੇ ਤੋਂ ਬਾਹਰ ਹੋਵੋ। ਤੇ ਓਮਿਕਰੋਨ ਦਾ ਕਰਕੇ ਇੱਕ ਵਾਰ ਫਿਰ ਤੋਂ ਜੋ ਸਿਹਤ ਵਿਭਾਗ ਕਹਿੰਦਾ, ਹਦਾਇਤਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਬਿਲਕੁਲ ਸਹੀ। ਚੱਜ ਦਾ ਵਿਚਾਰ। ਹਰਮਨ ਜੀ, ਜਿਹੜੀ ਮੈਂ ਖਬਰ ਹੁਣ ਸਾਂਝੀ ਕਰਨ ਲੱਗਾ ਨਾ, ਤੁਹਾਨੂੰ ਚੰਗੀ ਲੱਗੂਗੀ। ਛੱਤੀਸਗੜ੍ਹ ਦੇ ਵਿੱਚ ਇੱਕ ਜ਼ਿਲ੍ਹੇ ਦਾ ਨਾਮ ਹੈਗਾ ਮਹਾਸਮੁੰਦ ਜੀ। ਇਸ ਜ਼ਿਲ੍ਹੇ ਦੇ ਵਿੱਚ ਕੁਝ ਕੁ ਕਿਲੋਮੀਟਰ ਦੀ ਦੂਰੀ ਦੇ ਉੱਤੇ ਨਾਨਕ ਸਾਗਰ ਨਾਂ ਦਾ ਇੱਕ ਪਿੰਡ ਆ। ਅੱਛਾ ਜੀ। ਇਸ ਪਿੰਡ ਦੇ ਬਾਰੇ ਇਹ ਗੱਲ ਮਸ਼ਹੂਰ ਆ ਵੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਸੀਗੇ। ਸਿੱਖਾਂ ਦੇ ਪਹਿਲੇ ਗੁਰੂ ਆ ਜਿਹੜੇ, ਉਹ ਇੱਥੇ ਪਹੁੰਚੇ ਸੀਗੇ। ਇਹ ਚਰਨ ਛੋਹ ਪ੍ਰਾਪਤ ਪਿੰਡ ਆ, ਉਹਨਾਂ ਦੀ ਚਰਨ ਛੋਹ ਪ੍ਰਾਪਤ। ਪਰ ਇਸ ਪਿੰਡ ਨੂੰ ਦੇਖ ਕੇ, ਇਸ ਪਿੰਡ ਦੀ ਸਾਦਗੀ ਦੇਖ ਕੇ ਤੇ ਇਸ ਪਿੰਡ ਦੇ ਲੋਕਾਂ ਦੀ ਸਿਆਣਪ ਨੂੰ ਦੇਖ ਕੇ ਚਿੱਤ ਕਰਦਾ ਵੀ ਕਿਤੇ ਸਾਡੇ ਪੰਜਾਬ ਦੇ ਸਾਰੇ ਪਿੰਡ ਹੀ ਇਹੋ ਜਿਹੇ ਬਣ ਜਾਣ। ਪੰਜਾਬ ਦੇ ਬਹੁਤ ਸਾਰੇ ਪਿੰਡ ਸੋਹਣੇ ਵੀ ਆ, ਸਫਾਈ ਵਾਲੇ ਵੀ ਆ, ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਜਨੀਤੀ ਦੇ ਚੱਲ ਜਾਂ ਬਹੁਤ ਕੁਝ ਮਾੜਾ ਵੀ ਆ। ਪਰ ਜਿਹੜਾ ਇਹ ਨਾਨਕ ਸਾਗਰ ਪਿੰਡ ਆ, ਇਸ ਪਿੰਡ ਦੀ ਹਰ ਕੰਧ ਗੁਲਾਬੀ ਆ। ਅੱਛਾ ਜੀ। ਹਰ ਕੰਧ ਗੁਲਾਬੀ। ਪਿੰਡ ਦੇ ਲੋਕਾਂ ਦੀ ਇਹ ਧਾਰਨਾ, ਲੋਕਾਂ ਦਾ ਕਹਿਣਾ ਕਿ ਅਸੀਂ ਇਹਨੂੰ ਪ੍ਰਤੀਕ ਬਣਾਇਆ ਵੀ ਇੱਥੇ ਊਚ ਨੀਚ ਵਾਲੀ ਕੋਈ ਗੱਲ ਨਹੀਂ, ਸਭ ਦੀ ਕੰਧ ਗੁਲਾਬੀ ਆ। ਵਾਹ। ਇਸ ਪਿੰਡ ਦੇ ਵਿੱਚ ਲੱਭੇ ਤੋਂ ਵੀ ਕੂੜਾ ਨਹੀਂ ਲੱਭਦਾ, ਲੱਭੇ ਤੋਂ ਵੀ। ਤੁਸੀਂ ਕੋਸ਼ਿਸ਼ਾਂ ਕਰੀ ਚੱਲੋ, ਪਿੰਡ ਦੇ ਵਿੱਚੋਂ ਕੂੜਾ ਨਹੀਂ ਮਿਲੂਗਾ। ਅੱਛਾ। ਇਸ ਪਿੰਡ ਦੇ ਵਿੱਚ ਕਦੇ ਵੀ ਚੋਣਾਂ ਨਹੀਂ ਹੋਈਆਂ ਪੰਚਾਇਤੀ, ਸਰਬਸੰਮਤੀ ਹੀ ਹੋਈ ਹੈ ਹਮੇਸ਼ਾ। ਵਾਹ। ਇਸ ਪਿੰਡ ਦੇ ਇੱਕ ਵੀ ਬੰਦੇ ਦੇ ਉੱਤੇ ਪਰਚਾ ਨਹੀਂ ਦਰਜ। ਅੱਛਾ ਜੀ। ਜੇਕਰ ਕੋਈ ਮਾੜਾ ਮੋਟਾ ਮਨਮਿਟਾਵ ਹੁੰਦਾ ਤਾਂ ਉੱਥੇ ਜਿਹੜੀ ਪੰਚਾਇਤ ਆ ਉਹਦੇ ਵਿੱਚ ਹੀ ਸਾਰਾ ਮਸਲਾ ਹੱਲ ਹੋ ਜਾਂਦਾ। ਥਾਣੇ ਤੱਕ ਕਦੇ ਅੱਜ ਤੱਕ ਮਸਲਾ ਨਹੀਂ ਗਿਆ ਜੀ। ਤੇ ਵੱਡੀ ਗੱਲ ਇਹ ਆ ਵੀ ਜੋ ਦੱਸਿਆ ਜਾਂਦਾ, ਜਿਵੇਂ ਕਿ ਧਾਰਨਾ ਵੀ ਜਿਹੜੀ ਥਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਨੇ ਆਰਾਮ ਕੀਤਾ ਸੀ ਆ ਕੇ, ਉੱਥੇ ਇੱਕ ਚਬੂਤਰਾ ਬਣਾਇਆ ਗਿਆ ਜੀ। ਉਸ ਚਬੂਤਰੇ ਦੇ ਪ੍ਰਤੀ ਲੋਕਾਂ ਦੀ ਆਸਥਾ, ਲੋਕਾਂ ਦੀ ਸ਼ਰਧਾ ਇੰਨੀ ਆ ਵੀ ਜਦੋਂ ਵੀ ਕੋਈ ਵਿਵਾਦ ਪੈਦਾ ਹੁੰਦਾ, ਜਦੋਂ ਵੀ ਕੋਈ ਮਸਲਾ ਖੜਾ ਹੁੰਦਾ, ਉੱਥੇ ਜਾਂਦੇ ਚਬੂਤਰੇ ਤੇ, ਉੱਥੇ ਜਾ ਕੇ ਪੰਚਾਇਤ ਫੈਸਲਾ ਸੁਣਾਉਂਦੀ ਆ। ਕੀ ਬਾਤ ਹੈ। ਤੇ ਮੈਂ ਸੋਚਦਾ ਵੀ ਯਾਰ ਕਮਾਲ ਹੋ ਗਈ ਆ, ਕਦੇ ਇੱਥੇ ਵੀ ਆਏ ਹੋਵੇ। ਕਮਾਲ ਕਰ ਦਿੱਤੀ ਸੱਚੀ। ਬਹੁਤ ਸੋਹਣੀ ਖਬਰ ਹੈ ਟਾਣਾ ਸਾਹਿਬ। ਅਸੀਂ ਅਕਸਰ ਕਹਿੰਦੇ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਹਨਾ। ਇੱਥੇ ਵੀ ਬਹੁਤ ਸਾਰੇ ਗੁਰੂ, ਪੀਰ, ਪੈਗੰਬਰ, ਫਕੀਰ ਹੋਏ ਨੇ। ਤੇ ਜੇਕਰ ਅਸੀਂ ਸਾਰੇ ਵੀ ਇਸ ਤਰੀਕੇ ਦੇ ਨਾਲ ਕਰਨ ਲੱਗ ਜਾਈਏ, ਮੈਨੂੰ ਲੱਗਦਾ ਅੱਧੇ ਤੋਂ ਜ਼ਿਆਦਾ ਤਾਂ ਮਸਲੇ ਹੀ ਹੱਲ ਹੋ ਜਾਣਗੇ। ਬਿਲਕੁਲ ਜੀ। ਇਸ ਪਿੰਡ ਨੂੰ ਗੁਲਾਬੀ ਪਿੰਡ ਵੀ ਕਹਿੰਦੇ ਆ ਜੀ, ਨਾਨਕ ਸਾਗਰ ਪਿੰਡ ਵੀ ਕਹਿੰਦੇ ਆ। ਵਾਹ। ਸੋ ਇਹ ਮੇਰੇ ਲਈ ਇੱਕ ਬੜੀ ਅਵੱਲੀ ਤੇ ਬੜੀ ਚੰਗੀ ਤੇ ਮਨ ਨੂੰ ਖੁਸ਼ੀ ਦੇਣ ਵਾਲੀ ਖਬਰ ਸੀ। ਯਾਰ ਇਉਂ ਵੀ ਹੁੰਦਾ ਜੀ। ਇਦਾਂ ਦੀਆਂ ਖਬਰਾਂ ਪੜ੍ਹ ਕੇ ਜੀ ਕਰਦਾ ਕਿ ਉੱਥੇ ਜਾ ਕੇ ਅੱਖੀ ਵੇਖਿਆ ਜਾਏ ਕਿ ਵਾਕਈ ਇਹ ਸਾਰਾ ਕੁਝ ਕਿਵੇਂ ਦਾ ਹੈ, ਉੱਥੋਂ ਦਾ ਮਾਹੌਲ ਕਿਹੋ ਜਿਹਾ ਹੈ, ਉੱਥੋਂ ਦੇ ਲੋਕ ਕਿਹੋ ਜਿਹੇ ਨੇ। ਵਾਕਈ ਅੱਖੀ ਦੇਖਣਾ ਚਾਹੀਦਾ ਕਿ ਇੱਥੇ ਇਹ ਸਾਰਾ ਕੁਝ ਕਿਵੇਂ ਸੰਭਵ ਹੋ ਰਿਹਾ ਹੈ। ਸੋ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਪਿੰਡਾਂ ਤੋਂ, ਪੰਜਾਬ 'ਚ ਵੀ ਜਿਵੇਂ ਤੁਸੀਂ ਕਿਹਾ ਬਹੁਤ ਸਾਰੇ ਪਿੰਡ ਇਹੋ ਜਿਹੇ ਨੇ ਜਿੱਥੇ ਕਿ ਲੋਕ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪਿੰਡ ਦਾ ਖਿਆਲ ਰੱਖਦੇ ਨੇ, ਕੂੜਾ ਕਰਕਟ ਬਿਲਕੁਲ ਨਹੀਂ ਫੈਲਾਉਂਦੇ ਹੈਗੇ। ਸਾਰੇ ਲੋਕ ਕਿਤੇ ਵੀ ਇੱਕੋ ਜਿਹੇ ਨਹੀਂ ਹੁੰਦੇ ਜੀ। ਬਿਲਕੁਲ।
ਬਿਲਕੁਲ ਇਹੋ ਜਿਹੇ ਪਿੰਡਾਂ ਦੀ ਵੀ ਘਾਟ ਨਹੀਂ ਜਿੱਥੇ ਪੱਤੀਆਂ ਦੇ ਵਿੱਚ ਵੰਡੇ ਪਏ ਲੋਕ, ਬਿਲਕੁਲ ਇਹੋ ਜਿਹੇ ਪਿੰਡਾਂ ਦੀ ਵੀ ਘਾਟ ਨਹੀਂ ਜਿੱਥੇ ਕਿ ਪ੍ਰਧਾਨੀਆਂ ਨੂੰ ਲੈ ਕੇ ਸਿੰਘ ਫਸੇ ਰਹਿੰਦੇ ਆ, ਪਰ ਇਹੋ ਜਿਹੇ ਪਿੰਡਾਂ ਦੀ ਵੀ ਘਾਟ ਨਹੀਂ ਜਿੱਥੇ ਸਰਬਸੰਮਤੀ ਹੁੰਦੀ ਆ ਜੀ। ਤੇ ਪਿੰਡਾਂ ਦੇ ਵਿੱਚ ਆਰਓ ਪਲਾਂਟ ਲੱਗੇ ਆ, ਪਿੰਡਾਂ ਦੇ ਵਿੱਚ ਸਕੂਲ ਬੜੇ ਸੋਹਣੇ ਆ, ਉਹ ਪਿੰਡ ਲੱਗਦਾ ਹੀ ਨਹੀਂ ਕਿ ਪਿੰਡ ਨੇ, ਸ਼ਹਿਰਾਂ ਵਰਗੇ ਬਣ ਪਿੰਡਾਂ 'ਚ ਚੁੱਕੇ ਸੀਵਰੇਜ ਪਏ ਆ, ਜੀ। ਪਿੰਡਾਂ ਦੇ ਵਿੱਚ ਹਰ ਕਿਸਮ ਦੀ ਸਹੂਲਤ ਆ। ਸਾਡੇ ਪਿੰਡ ਦੇ ਵਿੱਚ ਵੀ ਸੋਹਣੀਆਂ ਸਹੂਲਤਾਂ, ਵਾਹ ਕੀ ਬਾਤ ਹੈ। ਇਹੋ ਜਿਹੀਆਂ ਤੁਹਾਡੇ ਪਿੰਡ ਦੇ ਵਿੱਚ ਸੀਵਰੇਜ ਨਹੀਂ ਪੈ ਰਿਹਾ, ਟਾਣਾ ਸਾਹਿਬ ਅਜੇ ਵੀ ਨਹੀਂ ਪੈ ਰਿਹਾ, ਨਹੀਂ ਪੈ ਰਿਹਾ ਨਾ, ਨਾ। ਬਹੁਤ ਦੁੱਖ ਦੀ ਗੱਲ ਹੈ। ਮੈਂ ਸਿੱਧੀ ਗੱਲ ਕਰਾਂ ਹੁਣ, ਕਹਿ ਦਿਓ ਸੱਚੀ ਗੱਲ ਮੇਰੀ ਆ। ਸਰਦਾਰ ਪ੍ਰਗਟ ਸਿੰਘ ਹੋਰਾਂ ਨੂੰ ਬੇਨਤੀ ਆ, ਉਹ ਹੈਗੇ ਜੀ ਜਲੰਧਰ ਛਾਉਣੀ ਦੇ ਵਿਧਾਇਕ, ਉਹਨਾਂ ਨੂੰ ਜਾ ਕੇ ਸੰਸਾਰਪੁਰ ਪਿੰਡ ਦੇ ਲੋਕ ਕਈ ਵਾਰ ਮਿਲੇ ਆ, ਬਿਲਕੁਲ ਵੀ ਅਸੀਂ ਨਾਗਾਲੈਂਡ 'ਚ ਰਹਿੰਦੇ ਆ, ਇੰਨੇ ਕੁ ਥਾਂ ਵਾਲੇ 15-18 ਘਰ ਉਹਨਾਂ ਨੇ ਛੱਡਤੇ ਆ, ਬਾਕੀ ਸਾਰੇ ਪਾਸੇ ਸੀਵਰੇਜ ਪੈ ਗਿਆ, ਪਵਾ ਦਿਓ। ਬਿਲਕੁਲ, ਤੇ ਨਾਲੇ ਥੋੜੀ ਦੇਰ ਨੂੰ ਤਾਂ ਫਿਰ ਤੁਸੀਂ ਕਹਿੰਦੇ ਹੋ ਚੋਣ ਜ਼ਾਬਤਾ ਲੱਗ ਜਾਣਾ, ਕਿਤੇ ਇਹ ਨਾ ਹੋਵੇ ਵੀ ਵਿੱਚ ਵਿਚਾਲੇ ਸਾਰਾ ਕੁਝ ਰਹਿ ਜਾਵੇ। ਜਿੰਨਾ ਕੁ ਸਮਾਂ ਹੈਗਾ, ਕੱਲਾ ਸੰਸਾਰਪੁਰ ਪਿੰਡ ਨਹੀਂ, ਜਿੰਨੇ ਵੀ ਪਿੰਡ ਨੇ, ਜਿੰਨੇ ਵੀ ਲੋਕ ਨੇ, ਕਿਉਂਕਿ ਤੁਸੀਂ ਸਾਰਿਆਂ ਦੇ ਹੋ, ਜਿੰਨਿਆਂ ਦੇ ਜਿਹੜੇ ਵੀ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ ਨੇ, ਤਾਂ ਹੀ ਫਿਰ ਅੱਗੇ ਲੋਕ ਜਿਹੜੇ ਨੇ ਤੁਹਾਡੇ ਤੇ ਵਿਸ਼ਵਾਸ ਕਰ ਸਕਣਗੇ। ਸੋ ਬਾਕੀ ਖੈਰ, ਜਿਹੜੇ ਸੋਹਣੇ ਪਿੰਡ ਦੀ ਆਪਾਂ ਗੱਲ ਕੀਤੀ ਹੈ, ਇਹੋ ਜਿਹੇ ਸੋਹਣੇ ਪਿੰਡਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਚੰਗੀਆਂ ਉਦਾਹਰਨਾਂ ਜੋ ਸਾਹਮਣੇ ਆਉਂਦੀਆਂ ਨੇ ਤਾਂ ਆਪਾਂ ਇਹਨਾਂ ਤੋਂ ਜ਼ਰੂਰ ਕੁਝ ਨਾ ਕੁਝ ਸਿੱਖਿਆ ਕਰੀਏ। ਤੇ ਇੱਕ ਆਪਾਂ ਦਰਸ਼ਕਾਂ ਨੂੰ ਬੇਨਤੀ ਕਰ ਦਈਏ, ਤੁਹਾਡਾ ਪਿੰਡ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਖੂਬਸੂਰਤ ਆ, ਕਿਹੜੇ-ਕਿਹੜੇ ਮਸਲੇ ਤੁਹਾਡੇ ਪਿੰਡ ਦੇ ਵਿੱਚ NRI ਭੈਣਾਂ ਵੀਰਾਂ, ਪੰਚਾਇਤ, ਯੂਥ ਕਲੱਬਾਂ ਤੇ ਸੂਝਵਾਨ ਪਿੰਡ ਵਾਸੀਆਂ ਦੇ ਉਦਮ ਸਦਕਾ ਮਸਲੇ ਹੱਲ ਹੋਏ ਆ, ਕਿਹੜੀਆਂ-ਕਿਹੜੀਆਂ ਚੁਣੌਤੀਆਂ ਤੇ ਤੁਹਾਡੇ ਪਿੰਡ ਦਾ ਨੁਕਸਾਨ ਰਾਜਨੀਤੀ ਨੇ ਕਿੰਨਾ ਕੁ ਕੀਤਾ। ਬਿਲਕੁਲ ਸਹੀ, ਇਹ ਸਾਰੀਆਂ ਗੱਲਾਂ ਟਿੱਪਣੀ ਦੇ ਰੂਪ 'ਚ ਦੱਸਿਓ ਜੀ। ਤੁਹਾਡੀ ਪ੍ਰਤੀਕਿਰਿਆ ਦੀ ਉਡੀਕ ਰਹੇਗੀ ਸਾਨੂੰ, ਤੇ ਫਿਲਹਾਲ ਅਸੀਂ ਪ੍ਰੋਗਰਾਮ ਇੱਥੇ ਹੀ ਸਮੇਟਦੇ ਹਾਂ। ਜਾਣਦਾ ਹੋ ਗਿਆ ਵੇਲਾ, ਦੋਵਾਂ ਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।